ਸਤਿ ਸ੍ਰੀ ਅਕਾਲ। ਤੁਸੀਂ ਲੋਕਰਨ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ RS ਬੈਂਸ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਦੇ ਵਿਚਾਲੇ ਜਿਹੋ ਜਿਹੀਆਂ ਤਸਵੀਰਾਂ ਲਾਲ ਕਿਲੇ ਤੋਂ ਸਾਹਮਣੇ ਆਈਆਂ, ਕਾਨੂੰਨੀ ਪੱਖ ਕੀ ਕਹਿੰਦਾ ਹੈ ਕਿ ਲਾਲ ਕਿਲੇ ਤੇ ਕੇਸਰੀ ਝੰਡਾ ਝੁਲਾਉਣ ਦੇ ਨਾਲ ਉਹਨਾਂ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ, ਕਿ ਉਹ ਕਾਨੂੰਨ ਪੱਖੋਂ ਸਹੀ ਹੈ ਜਾਂ ਗਲਤ ਹੈ। ਜੋ ਕੁਝ ਵੀ ਹੋਇਆ ਅੰਦੋਲਨ ਦੇ ਵਿਚਾਲੇ ਉਹ ਸਭ ਦੇ ਉੱਤੇ ਅਸੀਂ ਕਾਨੂੰਨੀ ਰਾਏ ਜਿਹੜੀ ਹੈ ਉਹ ਜਾਣਨਾ ਜ਼ਰੂਰੀ ਸਮਝਿਆ। ਇਸੇ ਕਰਕੇ ਅਸੀਂ RS ਬੈਂਸ ਹੋਰਾਂ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਸਾਨੂੰ ਸਮਾਂ ਦਿੱਤਾ। ਬੈਂਸ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਨ ਚੈਨਲ ਪੰਜਾਬੀ ਤੇ। ਸ਼ੁਕਰੀਆ ਜੀ। ਜੀ ਬੈਂਸ ਸਾਹਿਬ, ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣੀਆਂ, ਜੋ ਕੁਝ ਉੱਥੇ ਹੋਇਆ, ਕਾਨੂੰਨੀ ਪੱਖ ਥੋੜਾ ਜਿਹਾ ਸਮਝਾਓ ਇਸ ਨੂੰ ਲੈ ਕੇ, ਕਿਉਂਕਿ ਹੁਣ ਸਰਕਾਰ ਵੱਲੋਂ ਜਾਂ ਦਿੱਲੀ ਪੁਲਿਸ ਜਿਹੜੀ ਹੈ ਉਹ FIR ਕਰ ਰਹੀ ਹੈ ਉਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਭੀੜ ਨੂੰ ਉਕਸਾਇਆ ਜਾਂ ਜਿਨ੍ਹਾਂ ਨੇ ਜਾ ਕੇ ਉੱਥੇ ਝੰਡਾ ਫਹਿਰਾ ਦਿੱਤਾ, ਕੇਸਰੀ ਨਿਸ਼ਾਨ ਸਾਹਿਬ। ਇਸ ਸਭ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਾਨੂੰਨੀ ਨਜ਼ਰੀਆ ਕੀ ਹੈ ਇਹਦਾ? ਦੇਖੋ, ਇਹ ਛੋਟਾ ਜਿਹਾ ਅਪਰਾਧ ਹੈ ਜੇ ਤੁਸੀਂ ਨੈਸ਼ਨਲ ਫਲੈਗ ਨੂੰ ਡਿਸਆਨਰ ਕਰੋ। ਇਹੋ ਜਿਹੀ ਵੀਡੀਓ ਵੀ ਆਈ ਹੈ ਜਿੱਥੇ ਕਿ ਪੁਲਿਸ ਵਾਲੇ ਵੀ ਨੈਸ਼ਨਲ ਫਲੈਗ ਨੂੰ ਘਸੀਟ ਦੇ ਲੈ ਕੇ ਜਾ ਰਹੇ ਨੇ ਜਾਂ ਤੋੜ ਰਹੇ ਨੇ। ਸੋ ਇਹ ਠੀਕ ਹੈ, ਹਰ ਦੇਸ਼ ਵਿੱਚ ਨੈਸ਼ਨਲ ਫਲੈਗ ਦੀ ਇੱਜ਼ਤ ਹੁੰਦੀ ਹੈ ਜੇ ਉਹਨੂੰ ਕੋਈ ਬੇਇੱਜ਼ਤੀ ਕਰੇ, ਬਟ ਉਹਦੀ ਮਨਸ਼ਾ ਬਹੁਤ ਜ਼ਰੂਰੀ ਹੈ। ਹਰ ਕ੍ਰਾਈਮ ਵਿੱਚ ਇੰਟੈਂਸ਼ਨ ਕੀ ਹੈਗੀ ਹੈ। ਸਾਰੀਆਂ ਫਿਲਮਾਂ ਦੇ ਵਿੱਚੋਂ ਇਹ ਕਦੀ ਨਹੀਂ ਆਇਆ, ਕਿਸੇ ਨੇ ਆਇਆ ਕਿ ਨੈਸ਼ਨਲ ਫਲੈਗ ਲਾਇਆ ਗਿਆ ਹੋਵੇ, ਨੈਸ਼ਨਲ ਫਲੈਗ ਨੂੰ ਤੋੜਿਆ ਗਿਆ ਹੋਵੇ, ਨੈਸ਼ਨਲ ਫਲੈਗ ਦੀ ਕਿਸੇ ਹੋਰ ਤਰੀਕੇ ਨਾਲ ਬੇਅਦਬੀ ਕੀਤੀ ਹੋਵੇ। ਇਹ ਜ਼ਰੂਰ ਹੈ ਕਿ ਜਿਹੜਾ ਝੰਡਾ ਜਾਂ ਜਿਹੜਾ ਪੋਲ ਖਾਲੀ ਖੜਾ ਸੀ ਉਹਦੇ ਉੱਤੇ ਉਹਨਾਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ। ਔਰ ਕੁਝ ਪਹਿਲਾਂ ਝੰਡਾ ਲੱਗ ਰਹੇ ਸੀ, ਸਲੋਗਨ ਔਰ ਨਾਰੇ ਲੱਗ ਰਹੇ ਸੀ ਕਿ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ। ਫਿਰ ਇਹ ਦੀਪ ਸਿੱਧੂ ਆ ਗਿਆ ਔਰ ਫਿਰ ਇਹਨੇ ਸ਼ੁਰੂ ਕਰਤਾ ਖਾਲਸਾ ਬਾਰੇ ਜਾਂ ਝੂਲ ਦੇ ਨਿਸ਼ਾਨ ਰਹਿਣਗੇ ਖਾਲਸਾ ਰਾਜ ਦੇ, ਇਹੋ ਜਿਹੇ ਇਹਨੇ ਇੰਟਰੋਡਿਊਸ ਕੀਤੇ ਸੀ। ਕਿਉਂਕਿ ਉਹ ਵੀਡੀਓ ਬਹੁਤ ਸਪਸ਼ਟ ਆ ਗਈ ਹੈ ਜਿੱਥੇ ਇਹ ਖੜਾ ਹੈ ਔਰ 30 ਸੈਕਿੰਡ ਉਸ ਬੰਦੇ ਨੂੰ ਦੇਖ ਰਿਹਾ ਜਿਹੜਾ ਬਣਾ ਰਿਹਾ। ਬਿਲਕੁਲ ਜੀ। ਸੋ ਇਸ ਕਰਕੇ ਜਿਹੜੀ ਹੈਗੀ ਹੈ ਕਿ ਤੁਸੀਂ ਬਿਨਾਂ ਪਰਮਿਸ਼ਨ ਤੋਂ ਕਿਸੇ ਹਿਸਟੋਰਿਕ ਬਿਲਡਿੰਗ ਵਿੱਚ ਚਲੇ ਗਏ, ਡੈਮੇਜ ਕਰਨਾ ਤਾਂ ਸਰਟਨਲੀ ਅਪਰਾਧ ਹੈ, ਬਟ ਉਹਦੇ ਜਾਣਾ ਬਿਲਕੁਲ ਅਪਰਾਧ ਨਹੀਂ ਹੈ, ਕਿਉਂਕਿ ਇਹ ਤਾਂ ਹੈ ਹੀ ਵਿਜ਼ਟਰਸ ਲਈ, ਟੂਰਿਸਟ ਲਈ। ਤੁਸੀਂ ਇਹਦਾ ਸਾਰਾ ਇੰਤਜ਼ਾਮ ਆਲਰੇਡੀ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪ ਚੁੱਕੇ ਹੋ। ਤੇ ਗੱਲ ਤਾਂ ਅਸਲੀ ਇਹ ਹੈ ਕਿ ਇਹ ਕਿਵੇਂ ਹੋ ਗਿਆ ਔਰ ਕਿਉਂ ਹੋਇਆ ਔਰ ਕਿਹਨੇ ਕਰਵਾਇਆ। ਜਿਹਦੇ ਵਿੱਚ ਸਭ ਤੋਂ ਸਪਸ਼ਟ ਗੱਲ ਹੈ ਕਿ ਇਹ ਆਮ ਹੀ ਦਿਖਦਾ ਕਿ ਉੱਥੇ ਕਿੰਨੇ 100 ਪੁਲਿਸ ਵਾਲੇ ਬੈਠੇ ਸੀ, ਉਹਨਾਂ ਨੂੰ ਕੋਈ ਹਦਾਇਤ ਨਹੀਂ ਹੋਈ ਕਿ ਤੁਸੀਂ ਇਹਨਾਂ ਨੂੰ ਰੋਕੋ। ਜਦੋਂ ਉੱਪਰ ਚੜ ਗਏ, ਜਿਸ ਮੁੰਡੇ ਨੇ ਫਲੈਗ ਚੜਾਇਆ ਸੀ ਉਹ ਬੜਾ ਸਪਸ਼ਟ ਕਹਿੰਦਾ ਕਿ ਜੀ ਪਹਿਲਾਂ ਤਾਂ ਸਾਨੂੰ ਕਿਹਾ ਜਾਓ, ਅਸੀਂ ਰੋਕਿਆ ਨਹੀਂ, ਅਸੀਂ ਚੜ ਗਏ, ਫਿਰ ਡੰਡੇ ਮਾਰਨੇ ਸ਼ੁਰੂ ਕਰਤੇ, ਫਿਰ ਅਸੀਂ ਆ ਗਏ, ਅਸੀਂ ਡੰਡੇ ਖਾ ਕੇ ਕੁਝ ਡੰਡੇ ਮਾਰ ਕੇ ਅਸੀਂ ਬਾਹਰ ਆ ਗਏ। ਤੇ ਇੰਨਾ ਹੀ ਗੱਲ ਹੋਇਆ, ਸਾਰਾ ਕਰਾਊਡ ਚਲਾ ਗਿਆ, ਉੱਥੇ ਕੋਈ ਅੱਗ ਨਹੀਂ ਲੱਗੀ, ਕੋਈ ਰਾਊਟਿੰਗ ਨਹੀਂ ਹੋਈ, ਕੁਝ ਨਹੀਂ ਹੋਇਆ। ਸੋ ਸਰਟਨਲੀ ਇਹਦੀ ਸਿੰਬੋਲਿਕ ਵੈਲਿਊ ਹੈ। ਸਰਕਾਰ ਲਈ ਵੀ ਇਹਦਾ ਬੜਾ ਫਾਇਦਾ ਹੋਇਆ ਕਿ ਉਹਨਾਂ ਨੇ ਸਾਰੇ ਮੂਵਮੈਂਟ ਨੂੰ ਹੀ ਇੱਕ ਨਵਾਂ ਨਾਮ ਦੇਣ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਬਹੁਤ ਦੇਰ ਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਦੇ ਐਲੀਗੇਸ਼ਨ ਕੋਈ ਪਛਾਣ ਨਹੀਂ ਸੀ ਰਿਹਾ, ਬਟ ਹੁਣ ਉਹਨਾਂ ਨੇ ਇਹਨੂੰ ਇੱਕ ਬਹਾਨਾ ਬਣਾ ਕੇ FIR ਦਰਜ ਕਰਾ ਦਿੱਤੇ। ਔਰ ਸਰਟਨਲੀ ਕਿਸਾਨ ਮੂਵਮੈਂਟ ਲਈ ਇਹ ਥੋੜਾ ਜਿਹਾ ਸੈਟਬੈਕ ਹੈਗਾ, ਬਟ ਇਹ ਸੈਟਬੈਕ ਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਤੁਹਾਡੀ ਮੂਵਮੈਂਟ ਵਿੱਚ ਕੋਈ ਇਹੋ ਜਿਹੇ ਲੀਡਰਸ ਵੀ ਹੈਗੇ ਜਿਹੜੇ ਕਿ ਪ੍ਰੋਬੇਬਲੀ ਤੁਹਾਡੀ ਮੂਵਮੈਂਟ ਨੂੰ ਸੈਬੋਟੇਜ ਕਰਨਾ ਚਾਹੁੰਦੇ ਨੇ। ਜੀ ਬਿਲਕੁਲ। ਬੈਂਸ ਸਾਹਿਬ, ਇਹ ਦੱਸਿਓ ਕਿ ਪਹਿਲਾਂ ਡਰ ਹੁੰਦਾ ਸੀ ਕਿ ਬਾਹਰੀ ਤਾਕਤਾਂ ਜਿਹੜੀਆਂ ਉਹ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਦੀਆਂ ਨੇ, ਦੇਸ਼ ਵਿੱਚ ਅੱਤਵਾਦ ਫੈਲਾਉਂਦੀਆਂ ਨੇ, ਦੇਸ਼ ਨੂੰ ਤੋੜਨਾ ਚਾਹੁੰਦੀਆਂ ਨੇ, ਪਰ ਹੁਣ ਇਹ ਤਾਂ ਅੰਦਰੂਨੀ ਤਾਕਤਾਂ ਤੁਹਾਨੂੰ ਲੱਗਦੀਆਂ ਨਹੀਂ ਕਿ ਜੇਕਰ ਉਧਰਲੇ ਪਾਸੇ ਗੁਰਪਤਵੰਤ ਪੰਨੂ ਨੇ ਕਾਲ ਦਿੱਤੀ ਉਹ ਬਾਹਰੀ ਤਾਕਤ ਹੋ ਗਈ, ਤੇ ਜੇਕਰ ਇੱਥੇ ਕਿਸਾਨ ਅੰਦੋਲਨ ਦੇ ਵਿੱਚੋਂ ਕੋਈ ਕਾਲ ਦਿੱਤੀ ਗਈ, ਜਿਵੇਂ ਦੀਪ ਸਿੱਧੂ ਨੇ ਜਾ ਕੇ ਉੱਥੇ ਨਾਅਰੇਬਾਜ਼ੀ ਕੀਤੀ, ਤਾਂ ਇਹ ਅੰਦਰੂਨੀ ਤਾਕਤਾਂ ਹੋ ਗਈਆਂ। ਸੁਰੱਖਿਆ ਏਜੰਸੀਆਂ ਵੀ ਕਿਤੇ ਨਾ ਕਿਤੇ ਫੇਲ ਹੋਈਆਂ ਇਸ ਚੀਜ਼ ਨੂੰ ਦੇਖਣ ਦੇ ਲਈ, ਪਰਖਣ ਲਈ। ਨਹੀਂ, ਸੁਰੱਖਿਆ ਏਜੰਸੀ ਚਾਹੁੰਦੀ ਤਾਂ ਆਰਾਮ ਨਾਲ ਰੋਕ ਸਕਦੇ ਸੀ। ਲਾਲ ਕਿਲਾ ਬੜਾ ਵੱਡਾ ਸਟਰੋਂਗ ਫੋਰਟ ਹੈ, ਕਿਲਾ ਹੈ, ਉਹਦਾ ਇੱਕੋ ਹੀ ਦਰਵਾਜ਼ਾ, ਐਡਾ ਵੱਡਾ ਦਰਵਾਜ਼ਾ ਕਿ ਉਹਨੂੰ ਤੋੜਨਾ ਵੀ ਅਸੰਭਵ ਹੈ ਘੱਟੋ ਘੱਟ ਨਿਹੱਥੇ ਲੋਕਾਂ ਦੇ ਹੱਥੋਂ। ਤੇ ਜੇ ਉਹਨੂੰ ਲੌਕ ਹੀ ਕਰ ਦਿੰਦੇ ਤਾਂ ਗੱਲ ਮੁੱਕ ਜਾਂਦੀ, ਕੰਨ ਤੱਕ ਕੋਈ ਬੰਦਾ ਕੋਈ ਚੜ੍ਹ ਨਹੀਂ ਸਕਦਾ ਸੀ। ਸੋ ਕਲੀਅਰਲੀ ਹੈ ਕਿ ਇਹ ਜਿਹੜਾ ਹੁੰਦਾ ਨਾ, ਇਹ ਇੰਟੈਲੀਜੈਂਸ ਜਾਂ ਪੁਲਿਸ ਦੇ ਵਿੱਚ ਬੜਾ ਕਾਮਨ ਆਪਰੇਸ਼ਨ ਮੰਨਿਆ ਜਾਂਦਾ, ਜਿਹਨੂੰ ਕਹਿੰਦੇ ਫਾਲਸ ਫਲੈਗ ਆਪਰੇਸ਼ਨ। ਤੁਸੀਂ ਆਪ ਹੀ ਕੋਈ ਚੀਜ਼ ਕਰੋ ਤੇ ਫਿਰ ਦੂਜੀ ਪਾਰਟੀ ਤੇ ਬਲੇਮ ਕਰ ਦਿਓ। ਹਿਟਲਰ ਨੇ ਜਦੋਂ ਉਹਨੇ ਆਜ਼ਾਦੀ ਖਤਮ ਕੀਤੀ ਸੀ ਬਾਕੀ ਪੋਲੀਟੀਕਲ ਪਾਰਟੀਆਂ ਦੀ, ਤਾਂ ਇੱਕ ਬੰਦੇ ਨੂੰ ਬਲੇਮ ਲਾਇਆ ਸੀ ਕਿ ਇਹਨੇ ਜੀ ਪਾਰਲੀਮੈਂਟ ਬਿਲਡਿੰਗ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।
ਇੱਕ ਬੰਦੇ ਨੂੰ ਬਲੇਮ ਕਰਕੇ ਉੱਤੇ ਚਾਰਜ ਲਾਤਾ ਤੇ ਉਹਦੇ ਬਹਾਨੇ ਸਾਰੀਆਂ ਪਾਰਟੀਆਂ ਬੈਨ ਕਰਤੀਆਂ, ਅਖਬਾਰ ਬੈਨ ਕਰਤੇ। ਜਦੋਂ ਵੀਅਤਨਾਮ ਵਾਰ ਸ਼ੁਰੂ ਕੀਤੀ ਸੀ ਅਮਰੀਕਾ ਨੇ, ਤੇ ਇਹਨਾਂ ਨੇ ਕਿਹਾ ਸੀ ਜੀ ਕਿ ਵੀਅਤਨਾਮ ਦੀਆਂ 3 ਵੋਟਾਂ ਨੇ ਸਾਡੇ ਸ਼ਿਪ ਤੇ ਅਟੈਕ ਕੀਤਾ। ਬੜੇ ਸਾਲਾਂ ਬਾਅਦ ਲੋਕਾਂ ਨੇ ਡਾਕੂਮੈਂਟ ਕੱਢ ਕੇ ਦੱਸਿਆ ਕਿ ਨਾ ਉੱਥੇ ਕੋਈ ਯੂਐਸ ਸ਼ਿਪ ਸੀ, ਨਾ ਉੱਥੇ ਕੋਈ ਅਟੈਕ ਹੋਇਆ। ਬਟ 1964 ਵਿੱਚ ਉਸ ਬਹਾਨੇ ਇਹਨਾਂ ਨੇ ਵੀ ਲੰਬੀ ਲੜਾਈ ਸ਼ੁਰੂ ਕਰਤੀ। 11 ਸਾਲ ਦੀ ਲੜਾਈ ਉਸ ਬਹਾਨੇ ਸ਼ੁਰੂ ਕੀਤੀ। ਇਨਫੈਕਟ ਜੀ ਹਿਟਲਰ ਨੇ ਪੋਲੈਂਡ ਤੇ ਅਟੈਕ ਵੀ ਇਦਾਂ ਹੀ ਕੀਤਾ ਸੀ। ਪੋਲੈਂਡ ਦੇ ਬਾਰਡਰ ਤੇ ਜੀ ਇੱਕ ਰੇਡੀਓ ਸਟੇਸ਼ਨ ਸੀ, ਆਪਣੇ ਕੋਈ ਜੀ ਸੋਲਜਰ ਭੇਜੇ, ਕੁਝ ਬੰਦਿਆਂ ਨੂੰ ਹਮ, ਜਰਮਨ ਦੀਆਂ ਫੌਜਾਂ ਯੂਨੀਫਾਰਮ ਬਣਾ ਕੇ ਮਾਰਤੇ, ਉੱਥੋਂ ਇੱਕ ਮੈਸੇਜ ਦਿੱਤਾ ਐਂਟੀ ਜਰਮਨੀ। ਤੋਂ ਉਸ ਬਹਾਨੇ ਜਰਮਨ ਨੇ ਪੋਲੈਂਡ ਤੇ ਅਟੈਕ ਕੀਤਾ ਸੀ। ਲੜਾਈ ਦੇ ਵਿੱਚ ਇਹ ਆਮ ਹੀ ਟੈਕਟਿਕਸ ਵਰਤੇ ਜਾਂਦੇ ਨੇ, ਔਰ ਜਿਹੜੀ ਸਰਕਾਰ ਆਪਣੇ ਲੋਕਾਂ ਦੇ ਖਿਲਾਫ ਹੀ ਇਹੋ ਜਿਹੇ ਟੈਕਟਿਕਸ ਵਰਤਣ ਲੱਗ ਪਏ, ਕਿਉਂਕਿ ਇਹ ਕਲੀਅਰ ਹੈ ਕਿ ਇੱਕ ਵੀ ਸੰਯੁਕਤ ਕਿਸਾਨ ਮੋਰਚੇ ਦਾ ਲੀਡਰ ਉੱਥੇ ਨਹੀਂ ਗਿਆ, ਨਾ ਹੀ ਉਹ ਲਾਲ ਕਿਲੇ ਗਏ, ਨਾ ਹੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ। ਸੋ ਜਦੋਂ ਸਾਰੀਆਂ ਜਥੇਬੰਦੀਆਂ ਜਿਹੜੀ ਤੁਹਾਡੇ ਨਾਲ ਨੈਗੋਸ਼ੀਏਸ਼ਨ ਕਰ ਰਹੀਆਂ ਉਹ ਨਹੀਂ ਗਈਆਂ, ਤੇ ਬਾਕੀ ਤੱਤਵ ਨੂੰ ਤੁਸੀਂ ਕਿਉਂ ਅਲਾਉ ਕਰ ਰਹੇ ਹੋ, ਕਿਉਂ ਰੋਕ ਰਹੇ ਹੋ? ਬਾਕੀ ਜਗ੍ਹਾ ਤਾਂ ਬਹੁਤ ਵੱਡੇ ਬੈਰੀਕੇਡ ਸੀ, ਉੱਥੇ ਕੋਈ ਖਾਸ ਬਿਲਕੁਲ ਬੈਰੀਕੇਡ ਨਹੀਂ ਸੀ। ਉਸ ਤੋਂ ਬਾਅਦ ਆਰਾਮ ਨਾਲ ਕਿਸਾਨ ਚਲੇ ਗਏ ਜਦੋਂ ਉਹਨੇ ਕਿਹਾ। ਔਰ ਇੰਨਾ ਵਿਰਾਟ ਲੋਕ ਆ ਗਏ ਸੀ, ਤਾਂ ਉਹ ਤਾਂ ਰਸਤਾ ਜਿਹੜਾ, ਜੇ ਤੁਸੀਂ ਥੋੜੇ ਬੰਦਿਆਂ ਨੂੰ ਵੀ ਜਾਣ ਦੀ ਅਲਾਉ ਕਰ ਦੋਗੇ ਤਾਂ ਪਿੱਛੇ ਹਜੂਮ ਚਲੇ ਜਾਂਦਾ ਹੈ। ਸੋ ਬਿਲਕੁਲ ਸਾਰੇ ਜੇ ਤੁਸੀਂ ਕਰਾਊਡ ਨੂੰ ਦੇਖੋ, ਉਹਨਾਂ ਦਾ ਬਿਹੇਵੀਅਰ, ਤੇ ਕਿਤੇ ਨਹੀਂ ਸੀ ਲੱਗਦਾ ਕਿ ਉਹ ਕੋਈ ਰॉयਟਸ ਕਰਾਊਡ ਹੈ, ਉਹ ਕੋਈ ਪ੍ਰਾਪਰਟੀ ਡੈਮੇਜ ਕਰਨ ਆਇਆ ਹੈ। ਇਹ ਬੜੀ ਬਿਲਕੁਲ ਦੇਰ ਦੀ ਇੱਕ ਸਿੰਬੋਲਿਕ ਵੈਲਿਊ ਹੁੰਦੀ ਲਾਲ ਕਿਲੇ ਤੇ, ਔਰ ਜੀ ਤੁਸੀਂ ਇਹ ਲਾਲ ਕਿਲਾ ਰਿਪਬਲਿਕ ਡੇ ਤੇ ਖੁੱਲਾ ਛੱਡ ਦੋਗੇ ਤਾਂ ਲੋਕ ਵੈਸੇ ਹੀ ਚੜ ਕੇ ਉੱਤੇ ਸੈਲੀਬ੍ਰੇਟ ਕਰਨਗੇ, ਕਿਉਂਕਿ ਬਿਲਕੁਲ ਹਿਸਟੋਰੀਕਲ ਪਲੇਸਿਸ ਹੈ, ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਹੈ, ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਹੈ। ਤੇ ਜੇ ਤੁਸੀਂ ਖੁੱਲੇ ਕਰ ਦੋਗੇ ਤਾਂ ਆਮ ਬੰਦਾ ਵੀ, ਆਮ ਜਾ ਕੇ ਵੀ ਉੱਥੇ ਰਿਪਬਲਿਕ ਡੇ ਕਰਕੇ ਉੱਥੇ ਭੰਗੜਾ ਪਾ ਕੇ ਆ ਸਕਦਾ ਹੈ। ਇਹ ਕੋਈ ਬਿਲਕੁਲ ਇਹਨੂੰ ਕੋਈ ਵੱਡਾ ਅਪਰਾਧ ਲੈਣਾ, ਇਹਨੂੰ ਕੋਈ ਵੱਡੀ ਸਾਜ਼ਿਸ਼ ਮੰਨਣਾ। ਬਟ ਸਰਟਨਲੀ ਕੁਝ ਕਿਸਾਨੀ ਲੀਡਰ ਜਿਨ੍ਹਾਂ ਦੀ ਵੀਡੀਓ ਹੋਈਆਂ, ਜਿਹੜੇ ਉੱਥੇ ਗਏ ਹੈ, ਉਹਨਾਂ ਦੀ ਸਾਰੀ ਭੂਮਿਕਾ, ਚਾਹੇ ਉਹਨਾਂ ਨੇ ਜੋਸ਼ ਵਿੱਚ ਕੀਤਾ, ਕਿਉਂਕਿ ਜੋਸ਼ ਜੀ ਵਿੱਚ ਲੱਗਦੇ ਨਹੀਂ ਸੀ ਲੀਡਰ, ਜੋਸ਼ ਵਿੱਚ ਨਹੀਂ ਸੀ ਬਿਲਕੁਲ ਲੱਗਦੇ। ਘੱਟੋ ਘੱਟ ਦੀਪ ਬਿਲਕੁਲ ਸਿੱਧੂ ਦੀ ਜਿਹੜੀ ਵੀਡੀਓ, ਉਹ ਜੋਸ਼ ਵਿੱਚ ਨਹੀਂ ਸੀ ਲੱਗਦੀ, ਉਹ ਤਾਂ ਥੋੜਾ ਪਰੇਸ਼ਾਨ ਸੀ ਕਿ ਉਹਦੀ ਵੀਡੀਓ ਬਣ ਰਹੀ ਹੈ। ਤਾਂ ਬਿਲਕੁਲ ਉਹਦੇ ਸਾਰੇ ਫੇਸ਼ੀਅਲ ਇੰਪ੍ਰੈਸ਼ਨ ਤੋਂ ਲੱਗਦਾ ਸੀ। ਫਿਰ ਉਹਨੇ 30 ਸੈਕਿੰਡ ਬਾਅਦ ਧਿਆਨ ਇੱਧਰ ਕਰਕੇ ਨਾਰੇ ਲਾਉਣੇ ਸ਼ੁਰੂ ਕਰਤੇ, ਔਰ ਖਾਲਿਸਤਾਨ ਦੇ ਔਰ ਸਿੱਖਾਂ ਪ੍ਰਤੀ ਨਾਰੇ ਉਦੋਂ ਲੱਗਣੇ ਸ਼ੁਰੂ ਹੋਏ। ਅਦਰਵਾਈਜ਼ ਜੇ ਤੁਸੀਂ ਇਹਨੂੰ ਥੋੜਾ ਜਿਹਾ ਇਮਾਨਦਾਰੀ ਨਾਲ ਦੇਖੋ ਤਾਂ ਇਹ 'ਚ ਕੁਛ ਵੀ ਨਹੀਂ ਸੀ। ਬਟ ਜੀ ਜੇ ਸਰਕਾਰ ਵੀ ਚਾਹੁੰਦੀ ਸੀ ਕਿ ਹੋਵੇ, ਉਹਨੂੰ ਆਸਾਨ ਕੀਤਾ ਗਿਆ। ਫਿਰ ਤੁਹਾਨੂੰ ਸਮਝ ਆਉਂਦਾ ਕਿ ਉਹਨਾਂ ਨੇ ਐਫਆਈਆਰ ਕਿਉਂ ਦਰਜ ਕੀਤੀ, ਕਿਉਂਕਿ 2 ਮਹੀਨੇ ਤੋਂ ਸਰਕਾਰ ਨੂੰ ਮੌਕਾ ਨਹੀਂ ਸੀ ਮਿਲਦਾ ਲੀਡਰਾਂ ਦੇ ਖਿਲਾਫ ਕਿਵੇਂ ਐਫਆਈਆਰ ਦਰਜ ਕਰੀਏ। ਉਹ ਹਰ ਚੀਜ਼ ਸ਼ਾਂਤੀ ਨਾਲ, ਕਾਨੂੰਨ ਦੇ ਮੁਤਾਬਿਕ, ਸੰਵਿਧਾਨ ਦੇ ਮੁਤਾਬਿਕ ਕਰ ਰਹੇ ਨੇ। ਇਹ ਬਿਲਕੁਲ ਮੋਡਸ ਆਪਰੈਂਡੀ ਸਰਕਾਰ ਦੀ ਹਮੇਸ਼ਾ ਤੋਂ ਸੀ। ਜੀ ਨੈਗੋਸ਼ੀਏਸ਼ਨ ਤੋਂ ਹੌਲੀ-ਹੌਲੀ ਪਤਾ ਲੱਗਿਆ ਕਿ ਇਹਨਾਂ ਦੀ ਨੀਅਤ ਕੋਈ ਸਮਾਧਾਨ ਕਰਨ ਦੀ ਨਹੀਂ ਹੈ। ਉਹ ਹਰ ਐਜੀਟੇਸ਼ਨ ਨੂੰ ਫੋਰਸ ਨਾਲ ਦਬਾਉਣਾ ਹੀ ਚਾਹੁੰਦੇ ਨੇ। ਸਿਰਫ ਪਹਿਲਾਂ ਉਹਨੂੰ ਡਿਲੇ ਕਰਦੇ ਨੇ, ਫਿਰ ਗੱਲਾਂ 'ਚ ਉਲਝਾਉਂਦੇ ਨੇ, ਫਿਰ ਕੋਈ ਨਾ ਕੋਈ ਬਹਾਨਾ ਲਾ ਕੇ। ਮੈਂ ਤਾਂ ਇਹਨੂੰ ਬਿਲਕੁਲ ਝੂਠਾ ਆਪਰੇਸ਼ਨ ਜਾਂ ਫਾਲਸ ਫਲੈਗ ਆਪਰੇਸ਼ਨ ਹੀ ਕਹੂੰਗਾ। ਜੀ ਇਹ ਬਿਲਕੁਲ ਉਸੇ ਤਰੀਕੇ ਨਾਲ ਹੋਇਆ। ਇਹ ਪੁਲਿਸ ਦੀ ਪੂਰੀ ਕਨਾਈਵੈਂਸ ਨਾਲ ਹੋਇਆ। ਜੇ ਸੱਚਾ ਆਪਰੇਸ਼ਨ ਹੁੰਦਾ ਤਾਂ ਹੁਣ ਤੱਕ ਲਾਲ ਕਿਲੇ ਦਾ ਇੰਚਾਰਜ ਨੂੰ ਡਿਸਮਿਸ ਕਰਤਾ ਹੁੰਦਾ। ਜੇ ਕਿ ਬਿਲਕੁਲ ਉਹਦੇ ਬਿਲਕੁਲ ਕਾਰਨ ਉਹਨੇ ਗੇਟ ਖੋਲੇ, ਉਹਨੇ ਗੇਟ ਬੰਦ ਨਹੀਂ ਕੀਤੇ, ਉਦੋਂ ਤੁਸੀਂ ਗੋਲੀ ਨਹੀਂ ਚਲਾਈ, ਲਾਠੀਚਾਰਜ ਨਹੀਂ ਕੀਤੇ, ਹੱਥੋਂ ਗੈਸ ਨਹੀਂ ਸਿੱਟੇ, ਉਸ ਵੇਲੇ ਜੋ ਉਦੋਂ ਕਰਾਊਡ ਜਾ ਰਿਹਾ ਸੀ, ਉਹਨੇ ਕਿਉਂ ਨਹੀਂ ਕੀਤਾ, ਹੁਣ ਤੱਕ ਉਹ ਡਿਸਮਿਸ ਹੋਇਆ ਹੁੰਦਾ। ਬਟ ਜੇ ਉਹਨੇ ਸਰਕਾਰ ਦਾ ਹੁਕਮ ਮੰਨਿਆ ਤਾਂ ਉਹਨੂੰ ਪ੍ਰਮੋਸ਼ਨ ਬਿਲਕੁਲ ਮਿਲ ਜਾਏਗੀ ਥੋੜੀ ਦੇਰ ਬਾਅਦ। ਬਿਲਕੁਲ ਬਿਲਕੁਲ ਸਹੀ ਗੱਲ ਆ। ਅੱਛਾ ਬੈਂਸ ਸਾਹਿਬ, ਇੱਕ ਹੋਰ ਦੂਜਾ ਪੱਖ, ਜੇ ਆਪਾਂ ਚਲੋ ਇਹ ਤਾਂ ਸਰਕਾਰੀ ਪੱਖ ਹੋ ਗਿਆ ਕਿ ਲੱਗਦਾ ਹੈ ਕਿ ਇਹ ਇਹੋ ਜਿਹਾ ਕੁਝ ਹੈ, ਕਲੀਅਰ ਕੱਟ ਹੈ, ਉਹ ਤਾਂ ਬਾਅਦ ਵਿੱਚ ਸਮਝ ਆਉਣੀ ਹੈ। ਲੋਕ ਵੀ ਸਮਝ ਗਏ ਹੋਣੇ ਕਿ ਸਿਆਸਤ ਕਿੱਥੇ ਤੱਕ ਖੇਡੀ ਜਾ ਰਹੀ ਹੈ। ਦੂਜੀ ਗੱਲ, ਜੇ ਆਪਾਂ ਦੂਜਾ ਪੱਖ ਦੇਖੀਏ, ਇੱਕ ਫੇਲੂਅਰ ਹੈ ਸੁਰੱਖਿਆ ਏਜੰਸੀਆਂ ਦਾ। ਤਾਂ ਸੁਰੱਖਿਆ ਏਜੰਸੀਆਂ ਜਿੰਨੀਆਂ ਵੀ ਸੁਰੱਖਿਆ ਫੋਰਸ ਹੈ ਦੇਸ਼ ਦੀ, ਉਹ ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਦਰ ਆਉਂਦੀ ਹੈ। ਤਾਂ ਕੀ ਕਾਨੂੰਨ ਦੇ ਤਹਿਤ ਉਧਰਲੇ ਪਾਸੇ ਕੋਈ ਕਾਰਵਾਈ ਹੋ ਸਕਦੀ ਹੈ ਕਿ ਗ੍ਰਹਿ ਮੰਤਰਾਲਾ ਫੇਲ ਹੋਇਆ ਇਸ ਚੀਜ਼ ਨੂੰ ਸਮਝਣ ਦੇ ਲਈ, ਕਿ ਇਨਪੁਟ ਨਹੀਂ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਕੁਝ ਹੋਣਾ ਆ, ਚਲੋ ਜਾਣਬੁੱਝ ਕੇ ਕਰਵਾਇਆ, ਉਹ ਇੱਕ ਵੱਖਰਾ ਮੈਟਰ ਹੈ। ਇਹ ਵੀ ਤਾਂ ਹੈ, ਕਾਨੂੰਨ ਇੱਥੇ ਕੀ ਕਹਿੰਦਾ? ਦੇਖੋ, ਇੱਕ ਪਾਸੇ ਤੁਸੀਂ ਕਿਸਾਨਾਂ ਨੂੰ ਕਹਿ ਰਹੇ ਹੋ ਕਿ ਤੁਸੀਂ ਵਾਅਦਾ ਤੋੜਿਆ, ਤੁਸੀਂ ਕਰਾਊਡ ਨੂੰ ਕੰਟਰੋਲ ਨਹੀਂ ਕੀਤਾ। ਤੁਹਾਡੇ ਕੋਲ ਤਾਂ ਕਨਸਟੀਟਿਊਸ਼ਨਲ ਡਿਊਟੀ ਸੀ, ਕਾਨੂੰਨ ਦੇ ਮੁਤਾਬਿਕ ਤੁਹਾਡੀ ਡਿਊਟੀ ਸੀ, ਕਰਾਊਡ ਨੂੰ ਤੁਸੀਂ ਕੰਟਰੋਲ ਕਰਨਾ ਸੀ, ਰਸਤਾ ਬਿਲਕੁਲ ਤੁਸੀਂ ਦਿਖਾਉਣਾ ਸੀ। ਬੈਰੀਕੇਡ ਤੁਸੀਂ ਗਲਤ ਜਗ੍ਹਾ ਤੇ ਲਾਤੇ, ਜੀ ਕਰਾਊਡ ਨੂੰ ਪਤਾ ਨਹੀਂ ਸੀ ਕਿਹੜੇ ਰਸਤੇ ਜਾਣਾ। ਉਸ ਦੇ ਬਾਵਜੂਦ ਕੋਈ ਨੁਕਸਾਨ ਨਹੀਂ ਹੋਇਆ ਪ੍ਰਾਪਰਟੀ ਦਾ, ਕਿਸੇ ਸਿਟੀਜ਼ਨ ਨੂੰ ਕਿਸੇ ਨੇ ਤੰਗ ਨਹੀਂ ਕੀਤਾ। ਤੁਸੀਂ ਇਹ ਬਿਲਕੁਲ ਸੋਚਦੇ ਨੇ ਕਿੰਨਾ ਵੱਡਾ ਪ੍ਰੋਪਰ ਜਿਹੜਾ ਸਿਵਲਾਈਜ਼ਡ ਕਰਾਊਡ ਸੀ। ਇਹਨੂੰ ਦੰਗਾਈ ਕਹਿਣਾ, ਇਹਨੂੰ ਰॉयਟਸ ਕਹਿਣਾ ਬਿਲਕੁਲ ਗਲਤ ਹੈ। ਔਰ ਇਹ ਵਾਕਈ ਲੋਕਾਂ ਨੂੰ ਤੰਗ ਕਰਨ ਵਾਲੀ ਚੀਜ਼ ਹੈ, ਪਰੇਸ਼ਾਨ ਕਰਨ ਵਾਲੀ ਚੀਜ਼ ਹੈ। ਔਰ ਉਹਨਾਂ ਨੂੰ ਬਿਲਕੁਲ ਗੁੱਸਾ ਆਏਗਾ, ਕਿਉਂਕਿ ਜੋ ਸਿੰਪਲ ਕਿਸਾਨ ਸੀ, ਕੋਈ ਪਹਿਲੀ ਵਾਰੀ ਦਿੱਲੀ ਗਿਆ ਸੀ, ਉਹਨੇ ਜਿੱਦਾਂ ਸੋਚਿਆ ਉਹ ਕਰਾਊਡ ਦੇ ਮਗਰ ਚੱਲਦਾ ਰਿਹਾ।
ਉਹਦਾ ਰੂਟ ਇੱਧਰ ਹੋ ਗਿਆ। ਇਹ ਤਾਂ ਪੁਲਿਸ ਨੂੰ ਚਾਹੀਦਾ ਸੀ ਕਿ ਬੈਰੀਕੇਡ ਜਾਂ ਰਸਤਾ ਇੰਨੇ ਸੋਹਣੇ ਤਰੀਕੇ ਨਾਲ ਲਾਉਂਦੇ, ਜਿੱਦਾਂ ਆਪਾਂ ਕ੍ਰਾਸ ਕੰਟਰੀ ਕਰਦੇ ਹਾਂ ਤਾਂ ਹਰ ਜਗ੍ਹਾ ਰਸਤਾ ਦੱਸਣਾ ਪੈਂਦਾ, ਫਿਰ ਕਿਤੇ ਜ਼ਿਆਦਾ ਲੋਕ ਠੀਕ ਰਸਤੇ ਪਹੁੰਚਦੇ। ਇਹ ਗਲਤੀ ਹੋ ਜਾਂਦੀ ਹੈ। ਔਰ ਜਿੰਨਾ ਬਿਲਕੁਲ ਕਰਾਊਡ ਸੀ, ਤੁਸੀਂ ਉਹਨਾਂ 32 ਜਥੇਬੰਦੀਆਂ ਦੇ 100 ਲੀਡਰਾਂ ਨੂੰ ਤਾਂ ਕਹਿ ਰਹੇ ਹੋ ਤੁਸੀਂ ਕੰਟਰੋਲ ਨਹੀਂ ਕੀਤਾ, ਬਟ ਜਿਨ੍ਹਾਂ ਕੋਲ ਪੂਰਾ ਪ੍ਰਸ਼ਾਸਨ ਹੈ, ਜਿਨ੍ਹਾਂ ਕੋਲ ਕੋਈ 1 ਲੱਖ ਪੁਲਿਸ ਫੋਰਸ ਹੈ, ਜਿਨ੍ਹਾਂ ਨੇ ਆਲੇ ਦੁਆਲੇ ਸਭ ਦੀ ਪੁਲਿਸ ਵੀ ਬੁਲਾਈ ਹੈ, ਉਹਨਾਂ ਦੀ ਸਭ ਤੋਂ ਵੱਡੀ ਫੇਲਿਅਰ ਹੈ ਕਿ ਤੁਸੀਂ ਪ੍ਰੋਪਰ ਗਾਈਡੈਂਸ ਹੀ ਨਹੀਂ ਦਿੱਤੀ। ਤੁਸੀਂ ਕਰਾਊਡ ਨੂੰ ਇੱਕ ਪਾਸੇ ਚੱਲਣ ਦਾ ਰਾਹ ਹੀ ਨਹੀਂ ਦਿਖਾਇਆ। ਉਹ ਪੁਲਿਸ ਬਿਲਕੁਲ ਵਾਲੇ ਕਹਿੰਦੇ ਸਾਨੂੰ ਕੋਈ ਇੰਸਟਰਕਸ਼ਨਾਂ ਨਹੀਂ ਆਈਆਂ, ਸਾਨੂੰ ਕਿਹਾ 1 ਘੰਟਾ ਪਹਿਲਾਂ ਬੈਰੀਕੇਡ ਲਾ ਦਿਓ, ਅਸੀਂ ਲਾਤਾ। ਕਰਾਊਡ ਇੰਨਾ ਵੱਡਾ ਹੋ ਗਿਆ, ਸਾਡੇ ਕੋਲ ਕੋਈ ਸਾਧਨ ਨਹੀਂ ਸੀ, ਅਸੀਂ ਕੀ ਕਰਦੇ, ਅਸੀਂ ਫਿਰ ਖੋਲ ਦਿੱਤਾ, ਜਾਓ ਤੋੜ ਕੇ ਚਲੇ ਗਏ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਵੱਡੀ ਫੇਲਿਅਰ ਹੈ। ਫੇਲਿਅਰ ਤਾਂ ਹੀ ਹੈ ਜੇ ਤੁਸੀਂ ਇਮਾਨਦਾਰ ਸਰਕਾਰ ਦੇਖੋ। ਜਿਹੜੀ ਥੋੜੀ ਬੇਈਮਾਨ ਸਰਕਾਰ ਹੁੰਦੀ ਹੈ ਔਰ ਜਿਹਦਾ ਪੂਰਾ ਟਰੈਕ ਰਿਕਾਰਡ ਇਹ ਹੈ ਕਿ ਉਹਨਾਂ ਦਾ ਮਾਈਂਡ ਹੈ ਹਰ ਚੀਜ਼ ਨੂੰ ਬਾਈ ਫੋਰਸ ਖਤਮ ਕਰੋ, ਤੇ ਉਹ ਇਦਾਂ ਦੇ ਇਸਤੇਮਾਲ ਟ੍ਰਿਕ ਕਰਨਗੇ। ਇਹ ਕਰਦੇ ਹੁੰਦੇ ਐਡੀ ਵੱਡੀ ਵਿਸ਼ਾਲ ਵਿਰਾਟ ਐਜੀਟੇਸ਼ਨ ਹੋਵੇ, ਇੰਨੇ ਦਿਨਾਂ ਤੋਂ ਚੱਲ ਰਹੀ ਹੋਵੇ, ਜਿੱਥੇ ਵਾਕਿਆ ਹੀ 20 ਕਿਲੋਮੀਟਰ ਤੱਕ ਸਿੰਘੂਪੁਰ ਦੇ ਸੋਨੀਪਤ ਤੱਕ ਟਰਾਲੀਆਂ ਬੰਦੇ ਖੜੇ ਹੋਣ, ਉਹਨਾਂ ਹਾਲਾਤਾਂ ਵਿੱਚ ਕੋਈ ਨੁਕਸਾਨ ਹੋਇਆ ਨਹੀਂ। ਐਡੀ ਵੱਡੀ ਦਿੱਲੀ ਹੈ ਤੇ ਹਰ ਗਲੀ ਵਿੱਚ ਹੀ ਨੁਕਸਾਨ ਹੋ ਸਕਦਾ ਸੀ। ਤਿੰਨ ਚਾਰ ਬਾਰਡਰ ਹੋਣ ਤੇ ਪੁਲਿਸ ਨੇ ਵੀ ਥੋੜੀਆਂ ਲਾਠੀਚਾਰਜ ਕੀਤੀਆਂ, ਲੋਕਾਂ ਨੂੰ ਤੰਗ ਕੀਤਾ। ਔਰ ਜਿਹੜੇ ਬੰਦੇ ਲਾਅ ਨੂੰ ਆਪਣੇ ਹੱਥ ਵਿੱਚ ਦਿਖੇ ਉਹ ਦੋ ਹੀ ਸੀ। ਉਹ ਤਾਂ ਕੁਝ ਨਿਹੰਗ ਸੀ ਜਿਹੜੇ ਕਿਰਪਾਨਾਂ ਕੱਢ ਰਹੇ ਸੀ, ਉਹ ਕਿਸਾਨ ਜਥੇਬੰਦੀਆਂ ਦਾ ਹਿੱਸਾ ਨਹੀਂ ਸੀ। ਉਹ ਬਾਬਾ ਤਰੁਣਾ ਦਲ ਦੇ ਹੋਣਗੇ, ਉਹ ਬਾਬਾ ਬਲਵੀਰ ਸਿੰਘ ਦੇ ਹੋਣਗੇ, ਉਹ ਜੋ ਹੋਣਗੇ ਜਾਂ ਇੱਕ ਜਿਹੜੀ ਨਹੀਂ ਸੀ। ਸੋ ਕਲੀਅਰਲੀ ਹੈ ਕਿ ਜਿਹੜੇ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਨਹੀਂ ਸੀ, ਜਿਨ੍ਹਾਂ ਨੇ ਪੁਲਿਸ ਨਾਲ ਕੋਈ ਗੱਲ ਨਹੀਂ ਸੀ ਕੀਤੀ, ਉਹਨਾਂ ਤੇ ਪੁਲਿਸ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਸੀ। ਤੁਸੀਂ ਇਸ ਮਾਮਲੇ ਦੇ ਵਿੱਚ ਜਿਵੇਂ ਹੁਣ ਇੱਕ ਪਾਸੇ ਜਿਹੜਿਆਂ FIRs ਦਰਜ ਕਰ ਲਈਆਂ ਗਈਆਂ ਨੇ, ਕੀ ਪੁਲਿਸ ਦੇ ਉੱਤੇ ਵੀ ਕੋਈ ਕਾਰਵਾਈ ਬਣਦੀ ਹੈ? ਜਿਨ੍ਹਾਂ ਨੇ ਉੱਥੇ ਡਾਂਗ ਸੋਟਾ ਖੜਕਾਇਆ, ਉੱਥੇ ਲੋਕਾਂ ਦੇ ਨਾਲ ਬੇਤਹਾਸ਼ਾ ਜਿਹੜੀ ਉੱਥੇ ਕੁੱਟਮਾਰ ਕੀਤੀ ਗਈ, ਜਿਸ ਤਰੀਕੇ ਦੀਆਂ ਤਸਵੀਰਾਂ ਕਈ ਇਹੋ ਜਿਹੀਆਂ ਸਾਹਮਣੇ ਆਈਆਂ, ਤੇ ਕੀ ਪੁਲਿਸ ਤੇ ਕਾਰਵਾਈ ਬਣਦੀ ਹੈ ਕਾਨੂੰਨ ਦੇ ਮੁਤਾਬਕ? ਦੇਖੋ, ਤੁਸੀਂ ਵੀਡੀਓ ਦੇਖੀ ਹੋਣੀ ਹੈ, ਟਰੈਕਟਰ ਤੇ ਸ਼ਾਂਤਮਈ ਜਾਂਦੇ ਬਜ਼ੁਰਗ ਕਿਸਾਨ ਤੇ ਲਾਠੀਆਂ ਪੈ ਰਹੀਆਂ, ਉਹਦਾ ਝੰਡਾ ਉਹ ਵੀ ਕਈ ਥਾਵਾਂ ਤੇ ਤਾਂ ਨਿਹੱਥੇ ਵੀ ਸੀਗੇ। ਹਾਂਜੀ। ਉਸ ਤੋਂ ਬਾਅਦ ਤੁਸੀਂ ਇੱਕ ਬੰਦੇ ਨੂੰ ਗੋਲੀ ਲੱਗੀ ਆ ਅੱਖ ਦੇ ਵਿੱਚ, ਉਹ ਗੋਲੀ ਦੇ ਪੋਸਟਮਾਰਟਮ ਵਿੱਚ ਆਏਗਾ ਜਿਹੜਾ ਭਾਈ ਸਾਡਾ ਟਰੈਕਟਰ ਤੇ ਐਕਸੀਡੈਂਟ ਕਹਿ ਰਹੇ ਹੈ, ਉਹ ਗੋਲੀ ਲੱਗਣ ਤੋਂ ਬਾਅਦ ਐਕਸੀਡੈਂਟ ਹੋਇਆ। ਬਹੁਤ ਰਿਪੋਰਟਰ ਕਹਿ ਰਹੇ ਉੱਥੇ ਆਲ ਵਾਲੇ ਕਿ ਇੱਥੇ ਪਹਿਲਾਂ ਗੋਲੀ ਲੱਗੀ ਹੈ ਔਰ ਉਹ ਗੋਲੀ ਦਾ ਪੋਸਟਮਾਰਟਮ ਵਿੱਚ ਆ ਜਾਏਗਾ ਨਿਸ਼ਾਨੀ ਕਿਹੜੀ ਗੋਲੀ ਹੈ, ਪੁਲਿਸ ਦੀ ਹੈ ਜਾਂ ਕਿਸੇ ਹੋਰ ਦੀ। ਉਹਦਾ ਇਮਾਨਦਾਰੀ ਨਾਲ ਪੋਸਟਮਾਰਟਮ ਹੋਏ ਜਥੇਬੰਦੀਆਂ ਦੀ ਆਗੂ ਨਾਲ ਰਲ ਕੇ, ਤਾਂ ਕਿ ਸਭ ਨੂੰ ਵਿਸ਼ਵਾਸ ਹੋਵੇ। ਇਹ ਸਰਕਾਰ ਦੀ ਪ੍ਰੋਬਲਮ ਹੈ ਕਿ ਜੋ ਕਰਦੀ ਹੈ ਕਿਸੇ ਨੂੰ ਵਿਸ਼ਵਾਸ ਹੀ ਨਹੀਂ ਹੈ, ਸਭ ਨੂੰ ਲੱਗਦਾ ਕਿ ਝੂਠ ਹੀ ਬੋਲਦੀ ਹੈ, ਹਰ ਆਪਰੇਸ਼ਨ ਝੂਠ ਹੀ ਕਰਦੀ ਹੈ। ਜਿਹੜੇ ਬੰਦੇ ਵਿਕਟਿਮ ਹੁੰਦੇ ਉਹਨਾਂ ਦੇ ਖਿਲਾਫ ਵੀ ਕੇਸ ਦਰਜ ਕਰਦੀ ਹੈ। ਸੋ ਇਹਦਾ ਜੇ ਸਰਕਾਰ ਦਾ ਇਹ ਟਰੈਕ ਰਿਕਾਰਡ ਹੋਵੇ, ਕਿਉਂਕਿ ਅਲਟੀਮੇਟਲੀ ਦਿੱਲੀ ਦੇ ਜਿਹੜੇ ਦੰਗੇ ਹੋਏ ਸੀ ਉਹ ਦੰਗੇ ਹੁੰਦੇ ਆ ਜੋ ਤੁਸੀਂ ਲੋਕਾਂ ਦੇ ਘਰਾਂ ਵਿੱਚ ਗੈਸ ਸਿਲੰਡਰ ਨਾਲ ਉਹਨਾਂ ਨੂੰ ਮਾਰਿਆ, ਉਹਨਾਂ ਦੇ ਘਰ ਜਲਾਏ, ਉਹ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਹੈ। ਇਹ ਜਿਹੜੇ ਹੁੰਦੇ ਇਹਨਾਂ ਨੂੰ ਤੁਸੀਂ ਦੰਗਾਈ ਕਹੀ ਜਾ ਰਹੇ ਹੋ। ਇਹਨਾਂ ਨੇ ਤਾਂ ਇੱਕ ਛੋਟਾ ਜਿਹਾ ਰਿਕਸ਼ਾ ਵੀ ਨਹੀਂ ਖਰਾਬ ਕੀਤੀ। ਰਾਦਰ ਬਹੁਤ ਬਾਰ ਦਿੱਲੀ ਦੇ ਲੋਕਾਂ ਨੇ ਵੀਡੀਓ ਭੇਜੀਆਂ ਜਿੱਥੇ ਟਰੈਕਟਰਾਂ ਦੇ ਟਾਇਰ ਤੋੜੇ ਗਏ, ਟਰੈਕਟਰ ਤੋੜੇ ਗਏ, ਕਾਰਾਂ ਤੋੜੀਆਂ ਗਈਆਂ। ਕੌਣ ਕਰ ਰਹੇ ਸੀ? ਪੁਲਿਸ ਮੁਲਾਜ਼ਮ। ਕਾਨੂੰਨ ਤਾਂ ਇੱਕੋ ਹੀ ਹੈ, ਚਾਹੇ ਪੁਲਿਸ ਵਾਲੇ ਹੋਣ ਚਾਹੇ ਪੁਲਿਸ ਵਾਲਿਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਡੀ ਬਣ ਜਾਂਦੀ ਹੈ ਕਿ ਤੁਸੀਂ ਕਿਉਂ ਸੰਪਤੀ ਦਾ ਨੁਕਸਾਨ ਕਰ ਰਹੇ ਹੋ। ਕਿਸਾਨ ਕਰਨ ਤਾਂ ਸਮਝ ਆਉਂਦਾ, ਆਮ ਪਿੰਡੂ ਬੰਦਾ ਆ ਕੇ ਕੁਝ ਗੁੱਸੇ ਵਿੱਚ ਆ ਕੇ ਕਰੇ ਤਾਂ ਸਮਝ ਆਉਂਦਾ, ਜਦੋਂ ਲਾਠੀ ਪੈਂਦੀ ਹੈ ਤੁਹਾਨੂੰ ਗੁੱਸਾ ਆਉਂਦਾ ਹੈ, ਔਰ ਮਗਰ ਤੁਸੀਂ ਕਿਉਂ ਕਰ ਰਹੇ ਹੋ? ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਵੀ ਮੈਥਡ ਕ੍ਰਿਮੀਨਲ ਯੂਜ਼ ਕਰਨ ਲੱਗ ਪਓ, ਜੇ ਪੁਲਿਸ ਫੋਰਸ ਹੀ ਕ੍ਰਿਮੀਨਲ ਮੈਥਡ ਯੂਜ਼ ਕਰਨ ਲੱਗ ਪਏ ਤਾਂ ਫਿਰ ਕਾਨੂੰਨ ਰਹਿੰਦਾ ਨਹੀਂ ਕਿਤੇ। ਤਾਂ ਇਸ ਕਰਕੇ ਸਾਰੇ ਮਾਹੌਲ ਵੀ ਦੇਖਿਆ ਜਾਵੇ, ਬਟ ਫਿਰ ਵੀ ਬੜਾ ਬਚਾਅ ਹੋ ਗਿਆ। ਚਾਹੇ ਝੂਠਾ ਆਪਰੇਸ਼ਨ ਕੀਤਾ ਸਰਕਾਰ ਨੇ, ਚਾਹੇ ਇਹਨਾਂ ਨੇ ਕਿਸੇ ਜਥੇਬੰਦੀ ਨੇ ਬੇਵਕੂਫੀ ਕੀਤੀ, ਚਾਹੇ ਉਹਨਾਂ ਨੇ ਇਹਨੂੰ ਫੈਸਿਲਿਟੇਟ ਕੀਤਾ ਕੁਝ, ਕਿਉਂਕਿ ਥੋੜਾ ਸੱਚ ਹਰ ਜਗ੍ਹਾ ਹੁੰਦਾ ਹੈ। ਮਗਰ ਕਲੀਅਰ ਹੀ ਹੈ ਕਿ ਸੰਯੁਕਤ ਕਿਸਾਨ ਲੀਡਰਸ਼ਿਪ ਦੇ ਵਿੱਚ ਕੋਈ ਪਾਰਟਿਸਿਪੇਟ ਨਹੀਂ ਕੀਤਾ, ਨਾ ਹੀ ਉਹਨਾਂ ਦਾ ਇਹਨਾਂ ਦੇ ਸਪੋਰਟ ਸੀ, ਔਰ ਉਹਨਾਂ ਨੇ ਆਪਣੇ ਪ੍ਰੋਮਿਸ ਦੇ ਮੁਤਾਬਿਕ, ਆਪਣੇ ਰੂਟ ਦੇ ਮੁਤਾਬਿਕ ਗਏ, ਕਿਉਂਕਿ ਜਿੰਨੇ ਲੋਕ ਉੱਥੇ ਪਹੁੰਚ ਗਏ ਸੀ ਨਾ ਸਰਕਾਰ ਨੂੰ ਪਤਾ ਸੀ ਨਾ ਉਹਨਾਂ ਨੂੰ ਪਤਾ ਸੀ। ਇੱਕ ਰਾਤ ਵਿੱਚ 10 ਕਿਲੋਮੀਟਰ ਲੰਬੀ ਲਾਈਨ ਉੱਥੇ ਲੱਗ ਗਈ। ਮੈਂ ਉਸੇ ਬਾਰਡਰ ਤੇ ਸੀ ਔਰ ਮੇਰੇ ਸਭ ਨੂੰ ਹੈਰਾਨੀ ਹੋਈ ਕਿ ਇੰਨੇ ਬੰਦੇ ਆ ਕਿੱਥੋਂ, ਕਿਉਂਕਿ ਹਰਿਆਣਾ ਦੇ ਭਰਾ ਸਾਡੇ ਉਸ ਰਾਤ ਨੂੰ ਆਏ ਸਭ ਤੋਂ ਜ਼ਿਆਦਾ, ਟਰੈਕਟਰ ਲੈ ਕੇ ਪੂਰੇ ਬੰਦਿਆਂ ਦੇ ਨਾਲ, ਤੇ ਉਹਦੇ ਨਾਲ ਕਿਸੇ ਨੂੰ ਅੰਦਾਜ਼ਾ ਨਹੀਂ ਸੀ। ਔਰ ਜਿਹੜੇ 2 ਮਿੰਟ ਤੋਂ ਉੱਥੇ ਬੈਠੇ ਸੀ ਉਹਨਾਂ ਨੂੰ ਤਾਂ ਲੱਗਦਾ ਸੀ ਅਸੀਂ ਜਾਵਾਂਗੇ, ਔਰ ਕੋਈ ਜਾ ਵੀ ਨਹੀਂ ਸਕਿਆ, ਸਾਰੇ ਉੱਥੇ ਰੋਕ ਦਿੱਤੇ ਗਏ। ਜੇ ਕਿਤੇ ਸਾਰੇ ਕਿਸਾਨ ਪਹੁੰਚ ਜਾਂਦੇ ਦਿੱਲੀ, ਤਾਂ ਦਿੱਲੀ ਵਿੱਚ ਤਾਂ ਕਈ ਦਿਨ ਲੱਗ ਜਾਣੇ ਸੀ ਦਿੱਲੀ ਨੂੰ ਖਾਲੀ ਕਰਨ।
ਬਿਲਕੁਲ। ਬੈਂਸ ਸਾਹਿਬ ਇੱਕ ਹੋਰ ਗੱਲ ਇਹਦੇ ਵਿੱਚ ਇਹ ਹੈ ਕਿ ਜਦੋਂ ਆਪਾਂ ਜੇ ਬੇਅਦਬੀ ਮਾਮਲਿਆਂ ਵੱਲ ਪੰਜਾਬ ਵੱਲ ਦੇਖੀਏ, ਇੱਧਰ ਜਦੋਂ ਗੋਲੀकांड ਹੋਇਆ ਸੀ, ਉਹ ਮਾਮਲਿਆਂ ਦੀ ਹੁਣ ਪੁਣਛਾਣ ਹੋ ਰਹੀ ਹੈ। ਗ੍ਰਹਿ ਮੰਤਰੀ ਤੱਕ ਕਹਿੰਦੇ ਜਿਹੜੇ ਪੰਜਾਬ ਦੇ ਗ੍ਰਹਿ ਮੰਤਰੀ ਉਸ ਵੇਲੇ ਰਹੇ, ਉਹਨਾਂ ਤੱਕ ਵੀ ਜਿਹੜਾ ਪਤਾ ਲੱਗਣਾ ਚਾਹੀਦਾ ਹੈ ਕਿ ਆਖਿਰਕਾਰ ਗੋਲੀ ਕਿਸ ਦੇ ਇਸ਼ਾਰੇ ਤੇ ਜਿਹੜੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਕਿਹਾ ਜਾਂ ਕਿਸ ਨੇ ਕਿਹਾ, ਨੀਚਲੇ ਲੈਵਲ ਤੱਕ ਇਹ ਗੱਲ ਕਿੱਦਾਂ ਪਹੁੰਚੀ, ਕਿਵੇਂ ਪੁਲਿਸ ਨੇ ਗੋਲੀ ਚਲਾ ਦਿੱਤੀ, ਕਿਵੇਂ ਲਾਠੀ ਚਾਰਜ ਹੋ ਗਿਆ, ਕਿੱਥੋਂ ਕਿੱਥੋਂ ਪੁਲਿਸ ਸੱਦੀ ਗਈ। ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਕੋਈ ਇਹੋ ਜਿਹੀ ਕਮੇਟੀ ਬਣਨੀ ਚਾਹੀਦੀ ਹੈ, ਕੋਈ ਇਹੋ ਜਿਹੀ SIT ਬਣਨੀ ਚਾਹੀਦੀ ਹੈ ਜਿਹੜੀ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰੇ ਕਿ ਆਖਿਰਕਾਰ ਸੱਚ ਕੀ ਹੈ, ਕਿਹਦੇ ਇਸ਼ਾਰੇ ਤੇ ਇਹ ਸਾਰਾ ਕੁਝ ਹੋਇਆ, ਕਿੰਨੇ ਲਾਲ ਕਿਲੇ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ, ਕਿੰਨੇ ਝੰਡਾ ਚਲਾਉਣ ਦੇ ਵਿੱਚ ਮਦਦ ਕੀਤੀ। ਦੇਖੋ, ਕਿਸਾਨਾਂ ਨੇ ਇੰਨੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ, ਇੰਨੇ ਸੋਹਣੀਆਂ ਟਰਾਲੀਆਂ ਸਜਾਈਆਂ ਸੀ, ਉਹਦੇ ਵਿੱਚ ਕਲਚਰਲ ਆਈਟਮ ਸੀ, ਲਾਇਬ੍ਰੇਰੀਆਂ ਸੀ, ਉੱਥੇ ਡਾਂਸ ਸੀ, ਭੰਗੜਾ ਸੀ, ਡਰਾਮਾ ਸੀ। ਉਹਦਾ ਦਿੱਲੀ ਦੇ ਲੋਕਾਂ ਨੂੰ ਇੱਕ ਲੌਕਿਕ ਪ੍ਰਦਰਸ਼ਨ ਦਿਖਾਉਣਾ ਚਾਹੁੰਦੇ ਸੀ, ਬਿਲਕੁਲ ਉਸੇ ਤਰ੍ਹਾਂ ਦਾ ਕਿ ਲੋਕ ਵੀ ਕਿਸ ਹਿਸਾਬ ਨਾਲ ਸੈਲੀਬ੍ਰੇਟ ਕਰਦੇ ਆ। ਉਹ ਸਾਰੇ ਪ੍ਰਦਰਸ਼ਨ ਨੂੰ ਖਤਮ ਕਰਨ ਲਈ, ਉਹ ਸਾਰਾ ਇੰਪੈਕਟ ਖਤਮ ਕਰਨ ਲਈ ਇਹ 2-4 ਘਟਨਾ ਹੋਈਆਂ ਜਾਂ ਵਾਪਰੀਆਂ ਜਾਂ ਕਿਸੇ ਤੋਂ ਕਰਵਾਈਆਂ ਗਈਆਂ। ਸਰਟਨਲੀ ਇਹ ਕਿਸਾਨਾਂ ਦਾ ਮੇਨ ਜੱਥਾ ਦਾ ਪਾਰਟ ਨਹੀਂ ਸੀ, ਨਾ ਹੀ ਉਹਨਾਂ ਦਾ ਪ੍ਰੋਗਰਾਮ ਸੀ, ਔਰ ਨਾ ਹੀ ਲੀਡਰਸ਼ਿਪ ਨੇ ਪਾਰਟਿਸਿਪੇਟ ਕੀਤਾ। ਇਹ ਬਿਲਕੁਲ ਇੰਨੇ ਵੱਡੇ ਇਕੱਠ ਵਿੱਚ ਛੋਟੀਆਂ ਬਹੁਤੀਆਂ ਗੱਲਾਂ ਹੋ ਵੀ ਸਕਦੀਆਂ, ਮਗਰ ਕਲੀਅਰਲੀ ਇਸ ਨਾਲ ਕਿਸਾਨ ਅੰਦੋਲਨ ਨੂੰ ਜਿਹੜੀ ਮਿਲਣੀ ਚਾਹੀਦੀ ਸੀ ਪੂਰੀ ਪਬਲਿਸਿਟੀ, ਔਰ ਜਿਸ ਅੰਦੋਲਨ ਤੇ ਬੂਸਟ ਮਿਲਣੀ ਚਾਹੀਦੀ ਸੀ, ਜਿਹਦੇ ਸਾਰੇ ਦੁਨੀਆ ਵਿੱਚ ਕਲੈਪਿੰਗ ਹੋਣੀ ਸੀ, ਉਹਨੂੰ ਡਾਇਵਰਟ ਕੀਤਾ ਗਿਆ। ਡਾਇਵਰਟ ਸਰਟਨਲੀ ਕੀਤਾ ਗਿਆ, ਬਿਲਕੁਲ ਉਸੇ ਕ੍ਰਿਮੀਨਲ ਤਰੀਕੇ ਨਾਲ ਜਿਸ ਤਰ੍ਹਾਂ ਕਿ ਹਮੇਸ਼ਾ ਹੀ ਪੁਲਿਸ ਫੋਰਸਿਸ ਅਰਾਊਂਡ ਦਾ ਵਰਲਡ ਕਰਦੀ ਹੈ। ਜਿੱਥੇ ਵੀ ਲੀਡਰਸ਼ਿਪ ਦਾ ਕ੍ਰਿਮੀਨਲ ਮਾਈਂਡ ਹੁੰਦਾ ਹੈ, ਉਹ ਇਹੋ ਜਿਹੇ ਢੰਗ ਸੋਚਦੀ ਹੈ, ਉਹ ਆਪਣੇ ਹੀ ਲੋਕਾਂ ਦੇ ਖਿਲਾਫ ਜੇ ਇਦਾਂ ਕਰਨ ਲੱਗ ਪੈਣ ਤਾਂ ਹੀ ਤਾਂ ਪ੍ਰੋਬਲਮ ਹੋ ਜਾਂਦੀ ਹੈ ਕਿ ਕੋਈ ਇਹਨਾਂ ਨਾਲ ਨੈਗੋਸ਼ੀਏਟ ਨਹੀਂ ਕਰਨਾ ਚਾਹੁੰਦਾ, ਕਿਸੇ ਨੂੰ ਯਕੀਨ ਨਹੀਂ ਆਉਂਦਾ ਕਿ ਇਹ ਕਹਿ ਰਹੇ ਉਹਦਾ ਮਤਲਬ ਕੀ ਹੈ। ਇਹ ਸਭ ਤੋਂ ਦੁੱਖ ਹੈ ਕਿ ਸਰਕਾਰ ਨਾਲ ਕੋਈ ਗੱਲ ਬੈਠ ਕੇ ਕੀਤੀ ਨਹੀਂ ਜਾ ਸਕਦੀ, ਕਿਉਂਕਿ ਜੋ ਕਹਿੰਦੇ ਨੇ ਉਸ ਗੱਲ ਤੇ ਔਰ ਬਿਲਕੁਲ ਪੰਜਾਬ ਦੀ ਸਾਈਕੋਲੋਜੀ ਦੇ ਖਿਲਾਫ ਹੈ। ਪੰਜਾਬ ਦੀ ਵੱਡੀ ਸਾਈਕੋਲੋਜੀ ਹੈ ਕਿ ਤੁਸੀਂ ਸਪਸ਼ਟ ਸਾਫ਼ ਦਿਲ ਨਾਲ ਸਾਡੇ ਨਾਲ ਗੱਲ ਕਰੋ, ਜੋ ਕਹੋ ਤਾਂ ਉਸ ਤੇ ਫਿਰ ਜਾਨ ਵਾਰੋ, ਸ਼ਬਦਾਂ ਦਾ ਮੁੱਲ ਪਾਓ। ਇੱਥੇ ਰਿਵਰਸ ਹੈਗੀ ਹੈ ਕਿ ਸ਼ਬਦਾਂ ਤਾਂ ਇੱਕ ਤਰੀਕੇ ਨਾਲ ਸੇਲਸਮੈਨ ਹੈ, ਇੱਕ ਦੁਕਾਨਦਾਰ ਦੇ ਸ਼ਬਦ ਹੈ। ਉਹ ਜਦੋਂ ਥੋੜਾ ਜਿਹਾ ਮੁੱਲ ਪਏ ਤਾਂ ਬਦਲ ਲੈਂਦੇ, 2 ਰੁਪਏ ਲਈ ਉਹ ਬਦਲ ਲੈਂਦੇ ਨੇ। ਜਦੋਂ ਇੱਕ ਪਾਸੇ ਤਾਂ ਇਹੋ ਜਿਹੇ ਦੁਕਾਨਦਾਰੀ ਹੋਵੇ, ਦੂਜੇ ਪਾਸੇ ਸਪਸ਼ਟ ਕਿਸਾਨ ਹੋਣ ਜਿਹੜੇ ਚਾਹੁੰਦੇ ਕਿ ਸੱਚੇ ਦਿਲ ਨਾਲ, ਸੱਚੇ ਮਨ ਨਾਲ ਤੁਸੀਂ ਦੱਸੋ ਕੀ ਤੁਸੀਂ ਸਾਡੇ ਨਾਲ ਕਰ ਸਕਦੇ ਆ, ਅਸੀਂ ਉਸ ਗੱਲ ਤੇ ਖੜਾਂਗੇ, ਆਪਣੀ ਜਾਨ ਵੀ ਵਾਰਾਂਗੇ, ਬਟ ਅਸੀਂ ਪ੍ਰੋਮਿਸ ਪੂਰਾ ਕਰਾਂਗੇ। ਜੀ ਬੈਂਸ ਸਾਹਿਬ, ਮੈਂ ਕਮੇਟੀ ਦੀ ਗੱਲ ਕਰ ਰਿਹਾ ਸੀ ਕਿ ਅਦਾਲਤ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਸੂਮੋਟੋ ਨੋਟਿਸ ਲੈ ਕੇ ਇਸ ਉੱਤੇ ਕਮੇਟੀ ਬਣਾ ਦੇਣੀ ਚਾਹੀਦੀ ਹੈ ਜਾਂ ਬਣਨੀ ਚਾਹੀਦੀ ਹੈ ਜਾਂ ਨਹੀਂ ਬਣ ਸਕਦੀ, ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਕਿਹਦਾ ਕਿਹਦਾ ਇਹਦੇ ਵਿੱਚ ਹੱਥ ਸੀ, ਕਿਸ ਦੇ ਇਸ਼ਾਰੇ ਤੇ ਲਾਲ ਕਿਲੇ ਤੱਕ ਪਹੁੰਚੇ, ਕੀ ਗ੍ਰਹਿ ਮੰਤਰਾਲੇ ਦੇ ਵੱਲੋਂ ਕੋਈ ਇਹੋ ਜਿਹਾ ਨੋਟਿਸ ਨਹੀਂ ਸੀ। ਮੈਂ ਵਾਰ-ਵਾਰ ਉਸੇ ਸਵਾਲ ਤੇ ਆ ਰਿਹਾ। ਬਿਲਕੁਲ ਜਿਹੜਾ ਸੁਪਰੀਮ ਕੋਰਟ, ਕਿਉਂਕਿ ਇੱਕੋ ਇੰਸਟੀਟਿਊਸ਼ਨ ਰਹਿ ਗਿਆ ਜਿਹੜਾ ਕਿ ਸਰਕਾਰ ਦੇ ਉੱਤੇ ਥੋੜਾ ਬਹੁਤਾ ਮੋਨੀਟਰਿੰਗ ਕਰ ਸਕਦਾ ਹੈ। ਹੋਮ ਮਿਨਿਸਟਰੀ ਦੀ ਜੇ ਗਲਤੀ ਹੈ ਜਾਂ ਹੋਮ ਮਿਨਿਸਟਰੀ ਦੇ ਥਰੂ ਇਹ ਸਾਰਾ ਕੁਝ ਹੋਇਆ ਹੈ ਜਾਂ ਉਹਨਾਂ ਦੀ ਨੈਗਲੀਜੈਂਸ ਹੈ, ਬੋਥ ਵੇਜ਼ ਬੜੀ ਭਾਰੀ ਚੀਜ਼ ਹੈ। ਇਸ ਕਰਕੇ ਸੁਪਰੀਮ ਕੋਰਟ ਮੋਨੀਟਰਡ ਰਿਟਾਇਰਡ ਚੰਗੇ ਜੱਜ ਸਾਡੇ ਹੈਗੇ ਜਿਨ੍ਹਾਂ ਦੇ ਸਾਰੇ ਦੇਸ਼ ਨੂੰ ਵਿਸ਼ਵਾਸ ਹੈ, ਉਹਨਾਂ ਨੂੰ ਲਾਣ ਲੈ ਕੇ ਉਹਨਾਂ ਨੂੰ ਸਾਰੇ 26 ਜਨਵਰੀ ਦੇ ਸਾਰੀਆਂ ਘਟਨਾਵਾਂ ਨੂੰ ਬੈਠ ਕੇ ਸਾਰਾ ਰਿਕਾਰਡ ਦੇਖ ਕੇ ਇੱਕ ਜਾਂਚ ਕਮੇਟੀ ਬਣਨੀ ਚਾਹੀਦੀ, ਜਿਹਦੇ ਵਿੱਚ ਕਿਸਾਨ ਵੀ ਫਿਰ ਵਿਸ਼ਵਾਸ ਦੇਣਗੇ ਔਰ ਸੱਚਾਈ ਆਉਣੀ ਚਾਹੀਦੀ ਹੈ। ਸੱਚਾਈ ਬਿਲਕੁਲ ਆਉਣੀ ਚਾਹੀਦੀ ਹੈ ਕਿ ਕਿਹਨੇ ਦਗਾ ਕੀਤਾ, ਕਿਹਨੇ ਝੂਠ ਬੋਲਿਆ, ਕਿਹਦੀ ਮਿਸਚੀਫ ਨਾਲ ਇਹ ਸਾਰਾ ਕੁਝ ਹੋਇਆ। ਬਿਲਕੁਲ ਜੀ। ਬੈਂਸ ਸਾਹਿਬ, ਇੱਕ ਜਿਹੜੇ ਲੋਕਾਂ ਦੇ ਉੱਤੇ ਪਰਚਾ ਹੋਇਆ, ਕੀ ਉਹ ਪਰਚਾ ਜਿਹੜਾ ਉੱਥੇ ਝੰਡਾ ਚਲਾਇਆ ਲਾਲ ਕਿਲੇ ਤੇ, ਉਹਨੂੰ ਲੈ ਕੇ ਕਿਸ ਤਰ੍ਹਾਂ ਹੁਣ ਉਹਨਾਂ ਪਰਚਿਆਂ ਨਾਲ ਨਜਿੱਠਣਗੇ, ਕੀ ਉਹ ਬਣਦਾ ਹੈ ਜਾਂ ਨਹੀਂ ਬਣਦਾ? ਕਿਉਂਕਿ ਇਸ ਤੋਂ ਪਹਿਲਾਂ ਹੋਰ ਵੀ ਹੁਣ ਆਪਾਂ ਮੀਡੀਆ ਦੇ ਵਿੱਚ ਅਸੀਂ ਸੁਣ ਰਹੇ ਹਾਂ ਕਿ ਲੋਕ ਇਹ ਵੀ ਸਵਾਲ ਪੁੱਛਦੇ ਨੇ ਕਿ ਜਦੋਂ ਨਿਰਭਇਆ ਕਾਂਡ ਹੋਇਆ ਸੀ ਉਦੋਂ ਵੀ ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ, ਲੋਕ ਕਾਫੀ ਗੁੱਸੇ ਵਿੱਚ ਸੀ, ਉਸ ਵੇਲੇ ਉਹਨਾਂ ਨੂੰ ਪ੍ਰਦਰਸ਼ਨਕਾਰੀ ਕਿਹਾ ਜਾਂਦਾ ਸੀ। ਹੁਣ ਉਹੀ ਦੇਸ਼ ਦੀ ਆਵਾਮ ਹੈ, ਹਾਲਾਂਕਿ ਮਸਲਾ ਭਾਵੇਂ ਕਿਸਾਨਾਂ ਦਾ ਹੈ ਤੇ ਉਹਨਾਂ ਨੂੰ ਦਹਿਸ਼ਤਗਰਦ ਕਹਿ ਰਿਹਾ, ਕਦੇ ਖਾਲਿਸਤਾਨੀ ਕਹਿ ਦਿੱਤਾ ਜਾਂਦਾ, ਕਦੇ ਕੁਝ ਕਹਿ ਦਿੱਤਾ ਜਾਂਦਾ। ਦੇਖੋ, ਇਸ ਸਰਕਾਰ ਦੇ ਜਿਹੜੀ ਗॉड ਫਾਦਰ ਸੀ ਜਾਂ ਗॉड ਮਦਰ ਸੀ, ਜਿਹੜੇ ਕਿ ਹਿੰਦੂ ਮਹਾਸਭਾ ਸੀ ਜਾਂ RSS ਨੇ ਵੀ ਤਿਰੰਗੇ ਦਾ ਬੜਾ ਵਿਰੋਧ ਕੀਤਾ ਸੀ ਔਰ 2001 ਤੱਕ ਕੋਈ ਤਿਰੰਗਾ ਝੰਡਾ ਨਹੀਂ ਲਹਿਰਾਇਆ ਗਿਆ ਨਾਗਪੁਰ ਦੇ ਵਿੱਚ RSS ਹੈੱਡਕੁਆਰਟਰ ਤੇ। ਔਰ ਜਿਹੜੇ ਬੰਦੇ ਸਾਰੀ ਉਮਰ ਤਿਰੰਗੇ ਨੂੰ ਬਦਨਾਮ ਕਰਦੇ ਰਹੇ, ਉਹਨੂੰ ਅਪੋਜ਼ ਕਰਦੇ ਰਹੇ, ਅੱਜ ਕਹਿ ਰਹੇ ਹੈ ਕਿ ਜੇ ਕੇਸਰੀ ਝੰਡਾ ਇਹ ਚਾਹੁੰਦੇ ਸੀ ਕਿ ਦੇਸ਼ ਦਾ ਝੰਡਾ ਬਣੇ ਔਰ ਉਹ ਝੰਡਾ ਹੁਣ ਕਿਸੇ ਨੇ ਲਹਿਰਾਤਾ, ਚਾਹੇ ਉਸ ਤੇ ਨਿਸ਼ਾਨ ਕੋਈ ਵੀ ਹੋਵੇ, ਇਹਦੇ ਵਿੱਚ ਤਿਰੰਗੇ ਦੀ ਬੇਅਦਬੀ ਕਿਉਂ ਨਹੀਂ ਹੈ? ਕਿਉਂਕਿ ਤਿਰੰਗੇ ਦੇ ਥੱਲੇ ਸਾਰੇ ਝੰਡੇ, ਚਾਹੇ ਭਾਰਤੀ ਜਨਤਾ ਪਾਰਟੀ ਦੇ ਹੋਣ, ਚਾਹੇ ਸਿੱਖਾਂ ਦੇ ਹੋਣ, ਚਾਹੇ ਹਿੰਦੂਆਂ ਦੇ ਹੋਣ, ਚਾਹੇ ਮੁਸਲਮਾਨ ਦੇ ਹੋਣ, ਉਹ ਸਾਰੇ ਰੰਗ ਤਿਰੰਗੇ ਵਿੱਚ ਵੈਸੇ ਹੀ ਸਮਾਏ ਹੋਏ ਆ। ਤਾਂ ਤਿਰੰਗੇ ਦੇ ਥੱਲੇ ਜੇ ਬਾਕੀ ਧਰਮਾਂ ਦੇ ਵੀ ਝੰਡੇ ਝੂਲਦੇ ਰਹਿਣ ਤਾਂ ਇਹ ਤਾਂ ਸਾਡਾ ਸੰਵਿਧਾਨ ਇਜਾਜ਼ਤ ਹੀ ਦਿੰਦਾ ਹੈ
ਮੇਰੇ ਹਿਸਾਬ ਨਾਲ ਇਹਨੂੰ ਕ੍ਰਿਮੀਨਲ ਮੈਟਰ ਬਣਾਉਣਾ, ਇਹਨੂੰ ਜੇ ਕ੍ਰਿਮੀਨਲ ਬਣਾ ਰਹੇ ਹੈ ਔਰ ਐਫਆਈਆਰ ਦਰਜ ਕਰ ਰਹੇ, ਤੇ ਇਸ ਤੋਂ ਪਤਾ ਲੱਗਦਾ ਕਿ ਇਹ ਬਿਲਕੁਲ ਹੀ ਸੋਚੀ ਸਮਝੀ ਸਾਜ਼ਿਸ਼ ਦੇ ਥੱਲੇ ਔਰ ਐਫਆਈਆਰ ਕਰਨ ਦੇ ਕਾਰਨ ਇਹ ਚੀਜ਼ ਫੈਸਿਲਿਟੇਟ ਕੀਤੀ ਗਈ। ਇੰਨੇ ਵੱਡੇ ਕਿਲੇ ਵਿੱਚ ਕੋਈ ਵੜ ਜਾਵੇ, ਫੌਜਾਂ ਨਹੀਂ ਸੀ ਵੜ ਸਕਦੀਆਂ ਹੁੰਦੀਆਂ। ਬਿਲਕੁਲ ਮੋਰੀ ਗੇਟ ਵੀ ਤੁਹਾਨੂੰ ਪਤਾ ਖਾਲਸਾ ਫੌਜ ਕਿੰਨੀ ਮੁਸ਼ਕਿਲ ਨਾਲ ਬਣੀ ਸੀ, ਅੰਦਰੋਂ ਮੁਖਬਰੀ ਆਈ ਸੀ ਤਾਂ ਕਿਤੇ ਤੋੜੀ ਗਈ ਸੀ। ਇੱਥੇ ਨਿਹੱਥੇ ਲੋਕ ਛਲਾਂਗਾ ਮਾਰ ਕੇ ਕਿਵੇਂ ਚੜ ਸਕਦੇ, ਬਿਲਕੁਲ ਟੌਪ ਤੇ, ਜਿੱਥੇ ਕਿ ਕੋਈ ਟੂਰਿਸਟ ਵੀ ਅਲਾਉ ਨਹੀਂ ਕਰਦੇ। ਅਸੀਂ ਆਪ ਗਏ ਹਾਂ ਲਾਲ ਕਿਲੇ ਵਿੱਚ, ਤੁਹਾਨੂੰ ਪਤਾ ਹੈ ਕਿ ਸਾਰੇ ਰਸਤੇ ਜੀ ਬੰਦ ਹੁੰਦੇ ਨੇ, ਉੱਪਰ ਜਾਣ ਲਈ ਕੋਈ ਰਾਹ ਨਹੀਂ ਹੁੰਦਾ, ਤੁਸੀਂ ਉੱਥੇ ਬਿਲਕੁਲ ਫੋਟੋ ਖਿਚਾਉਣ ਲਈ ਵੀ ਨਹੀਂ ਜਾ ਸਕਦੇ। ਉਸਦੇ ਬਾਵਜੂਦ, ਔਰ ਉਹ ਵੀ 26 ਜਨਵਰੀ ਨੂੰ, ਜਦੋਂ ਕਿ ਮਹੀਨਾ ਪਹਿਲਾਂ ਹੀ ਇੱਕ ਕੋਨਾ ਸੈਂਸਿਟਾਈਜ਼ ਕੀਤਾ ਜਾਂਦਾ ਹੈ, ਇੱਕ ਲੌਕ ਚੈੱਕ ਕੀਤਾ ਜਾਂਦਾ ਹੈ। ਇਸ ਕਰਕੇ ਬਹੁਤ ਸ਼ੱਕ ਪੈਂਦਾ ਹੈ ਕਿ ਅਲਟੀਮੇਟਲੀ ਜਿੱਦਾਂ ਦੇ ਸਾਡੇ ਹੋਮ ਮਿਨਿਸਟਰ ਨੇ, ਕਿਉਂਕਿ ਉਹਨਾਂ ਦਾ ਸਾਰਾ ਕੈਰੀਅਰ ਹੀ ਕ੍ਰਾਈਮ ਨਾਲ ਲੱਦਿਆ ਗਿਆ ਹੈ। ਉਹਨਾਂ ਦਾ ਜੇ ਸ਼ੁਰੂਆਤ ਦੇਖੋ ਤਾਂ ਉਹਨਾਂ ਦਾ ਪੋਲੀਟੀਕਲ ਕੈਰੀਅਰ ਇੱਕ ਕ੍ਰਾਈਮ ਆਫਟਰ ਇੱਕ ਕ੍ਰਾਈਮ ਤੇ ਉਹ ਵੱਜਦੇ ਗਏ ਔਰ ਅੱਗੇ ਵਧਦੇ ਗਏ। ਬਿਲਕੁਲ। ਬੈਂਸ ਸਾਹਿਬ ਇਹ ਦੱਸਿਓ ਕਿ ਕੀ ਹੁਣ ਇਸ ਮਾਮਲੇ ਦੇ ਵਿੱਚ ਜਿਵੇਂ ਹੁਣ ਐਫਆਈਆਰ ਚਲੋ ਦਰਜ ਹੋ ਗਈਆਂ ਨੇ, ਕਾਨੂੰਨੀ ਤੌਰ ਤੇ ਉਹਨਾਂ ਦੇ ਨਾਲ ਨਜਿੱਠਿਆ ਜਾਏਗਾ, ਹੁਣ ਕੀ ਇਹ ਦੇਸ਼ ਧਰੋਹ ਬਣਦਾ? ਦੇਸ਼ ਧਰੋਹ ਬਣਾਉਣਗੇ, ਕਿਉਂਕਿ ਦੇਸ਼ ਧਰੋਹ ਤਾਂ ਇੱਕ ਸਿੰਪਲ ਰਾਜ ਕਰੇਗਾ ਖਾਲਸੇ ਦੇ ਪੋਸਟਰ ਤੇ ਵੀ ਬਣ ਚੁੱਕਾ ਹੈ। ਸਾਡੇ ਕੋਲ ਉਹੋ ਜਿਹੇ ਕੇਸ ਵੀ ਹੈ ਕਿ ਛੋਟਾ ਜਿਹਾ ਖਾਲਿਸਤਾਨ ਜ਼ਿੰਦਾਬਾਦ ਕਹਿਣ ਤੇ ਇਹਨਾਂ ਨੇ ਐਫਆਈਆਰ ਦਰਜ ਕੀਤੇ, ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਇਹਨਾਂ ਸਲੋਗਨਾਂ ਦਾ ਕੋਈ ਮਤਲਬ ਨਹੀਂ ਹੁੰਦਾ। ਜਦੋਂ ਕੋਈ, ਜੇ ਤੁਸੀਂ ਵਾਕਈ ਕੋਈ 1000 20,000 ਜਾਂ ਲੱਖ ਕਰੋੜ ਨੂੰ ਸਾਈਡ ਕਰਕੇ ਉਹਨਾਂ ਨੂੰ ਵਾਇਲੈਂਸ ਤੇ ਉਕਸਾਓ ਤਾਂ ਸਮਝ ਆਉਂਦਾ ਹੈ। ਤੁਸੀਂ ਇੱਕ ਵੀ ਕਿਸਾਨ ਲੀਡਰ ਦੀ ਸਪੀਚ ਪੁੱਛ ਲਓ ਜਾਂ ਦੇਖ ਲਓ ਜਿੱਥੇ ਉਹਨਾਂ ਨੇ ਇੱਕ ਸ਼ਬਦ ਵੀ ਕਿਹਾ ਹੋਵੇ ਲੋਕਾਂ ਨੂੰ ਕੋਈ ਗਲਤ ਕਦਮ ਕਹਿਣ ਲਈ, ਔਰ ਇੱਕ ਦਿਨ ਦੀ ਗੱਲ ਨਹੀਂ, 60 ਦਿਨਾਂ ਦੀ ਸਪੀਚਾਂ, ਉਸ ਤੋਂ ਬਾਅਦ 3 ਮਹੀਨੇ ਦੀਆਂ ਸਪੀਚਾਂ ਦੇਖ ਲਓ। ਕੁਝ ਲੋਕ ਜਿਹੜਾ ਉਹ ਅੱਜ ਉਹਦਾ ਸਾਹਮਣੇ ਸਭ ਨੂੰ ਪਤਾ ਹੀ ਲੱਗ ਗਿਆ ਕਿਹੜੇ ਲੋਕ ਹੈ ਜਿਹੜੇ ਕਿ ਉਕਸਾਉਂਦੇ ਸੀ ਔਰ ਕਿਸ ਕਾਰਨ ਉਕਸਾਉਂਦੇ ਸੀ। ਮਗਰ ਉਹਨਾਂ ਦੀ ਤਾਂ, ਉਹ ਤਾਂ ਇੱਕ ਤਾਂ ਬੰਦਾ ਇੰਨੇ 100-200 ਲੀਡਰਾਂ ਚ ਇੱਕੋ ਦਾ ਲੀਡਰ ਇਹੋ ਜਿਹਾ ਆ ਹੀ ਜਾਂਦਾ ਹੈ, ਉਹਦੇ ਕੋਈ ਵੱਡੀ ਗੱਲ ਨਹੀਂ। ਬਸ ਚੰਗਾ ਹੋ ਗਿਆ, ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਹੁਣ ਉਹਨੂੰ ਕਿਨਾਰੇ ਰੱਖਣਗੇ। ਮਗਰ ਜੀ ਤੁਹਾਨੂੰ ਵੀ ਪਤਾ ਸੀ ਉਹ ਕੌਣ ਹੈ, ਸਰਕਾਰ ਨੂੰ ਵੀ ਬਹੁਤ ਸਪਸ਼ਟ ਸੀ ਕਿ ਉਹ ਕੌਣ ਹੈ ਜਿਹੜੇ ਤੁਹਾਡੇ ਨਾਲ ਨੈਗੋਸ਼ੀਏਸ਼ਨ ਨਹੀਂ ਕਰਦੇ। ਉਹ ਸਪਸ਼ਟ ਕਹਿੰਦੇ ਸੀ ਅਸੀਂ ਲਾਲ ਕਿਲੇ ਜਾਵਾਂਗੇ। ਫਿਰ ਤੁਹਾਨੂੰ ਜਾਣਦੇ ਹੋਏ ਵੀ ਤੁਸੀਂ ਉਹਨਾਂ ਦਾ ਦਰਵਾਜ਼ਾ ਕਿਉਂ ਖੁੱਲਾ ਰੱਖਿਆ, ਤੁਸੀਂ ਕਿਉਂ ਸਭ ਨੂੰ ਵੜਨ ਦਿੱਤਾ, ਔਰ ਤੁਹਾਡੀ ਆਰਾਮ ਨਾਲ ਹਦਾਇਤ ਸੀ, ਸਾਰੇ ਬੈਠੇ ਰਹੇ ਕੁਰਸੀਆਂ ਤੇ। ਤਾਂ ਇਸ ਤੋਂ ਬਹੁਤ ਵੱਡਾ ਸ਼ੱਕ ਪੈਂਦਾ ਕਿ ਤੁਸੀਂ ਬਿਲਕੁਲ ਐਫਆਈਆਰ ਦਰਜ ਕਰਨ ਲਈ ਇਹ ਕਾਂਡ ਕੀਤਾ, ਤਾਂ ਕਿ ਇਹ ਬਿਲਕੁਲ ਉਹੋ ਜਿਹੇ ਟੈਕਟਿਕ ਹੈ ਜਿੱਦਾਂ ਇੰਦਰਾ ਗਾਂਧੀ ਨੇ ਬਹੁਤ ਵਾਰੀ ਕੀਤਾ ਸੀ। ਜਦੋਂ ਉਹਨਾਂ ਨੇ ਪਾਣੀ ਗਲਤ ਤਰੀਕੇ ਨਾਲ ਪੰਜਾਬ ਤੋਂ ਲੈਣਾ ਸੀ ਤਾਂ ਉਦੋਂ ਵੀ ਉਹਨਾਂ ਨੇ ਉਹੀ ਡਿਮਾਂਡਸ ਨੂੰ, ਲੈਜਿਟੀਮੇਟ ਡਿਮਾਂਡਸ ਨੂੰ, ਪੀਸਫੁਲ ਮੂਵਮੈਂਟ ਨੂੰ ਪਹਿਲਾਂ ਲੰਬਾ ਕੀਤਾ। 1 ਲੱਖ ਅਕਾਲੀ ਜਦ ਜੇਲ੍ਹਾਂ ਵਿੱਚ ਚਲੇ ਗਏ, ਫਿਰ ਵੀ ਲੋਕਤੰਤਰਿਕ ਢੰਗ ਨਾਲ ਉਹਨਾਂ ਦੀ ਆਵਾਜ਼ ਨਹੀਂ ਸੁਣੀ, ਤਾਂ ਫਿਰ ਹੌਲੀ ਕਿਸੇ ਤਰੀਕੇ ਨਾਲ ਵਾਇਲੈਂਸ ਇੰਟਰੋਡਿਊਸ ਕੀਤੀ। ਕਿਵੇਂ ਮਰਿਓ ਸਾਰੀ ਕਹਾਣੀ ਅਸੀਂ ਜਾਣਦੇ ਹਾਂ। ਸੋ ਜਿਹੜੀ ਵੀ ਸਰਕਾਰ ਦਾ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਹੁੰਦਾ, ਜਿਹੜਾ ਵੀ ਉਹ ਲੋਕਾਂ ਦੀ ਆਵਾਜ਼ ਨਹੀਂ ਸੁਣਦੇ, ਜਿੰਨਾ ਮਰਜ਼ੀ ਤੁਸੀਂ ਵਿਰਾਟ ਪ੍ਰਦਰਸ਼ਨ ਕਰ ਲਓ, ਉਹਨੂੰ ਹਮੇਸ਼ਾ ਇੱਕੋ ਤਰੀਕੇ ਨਾਲ ਸੋਚਦੇ ਆ ਕਿ ਪੁਲਿਸ ਦੇ ਢੰਗ ਨਾਲ ਇਹਨੂੰ ਦਬਾਉਣਾ, ਔਰ ਉਹਨੂੰ ਦਬਾਉਣ ਲਈ ਹਮੇਸ਼ਾ ਹੀ ਦੇਸ਼ ਦੋਹ ਦੇ ਲਾਉਂਦੇ ਆ। ਜਿਹੜੇ ਰੀਅਲ ਦੇਸ਼ ਦੇ ਲੋਕਾਂ ਦੇ ਆਵਾਜ਼ ਹੈ, ਹੁਣ ਤਾਂ ਐਡੀ ਵੱਡੀ ਕਿਸਾਨ ਤਾਂ 60 ਕਰੋੜ ਲੋਕ ਹੈ, ਦੇਸ਼ ਦੀ ਅੱਧੀ ਜਨਤਾ ਕਿਸਾਨ ਨਹੀਂ ਹੈ, ਤੇ ਉਹਨਾਂ ਨੂੰ ਤੁਸੀਂ ਦੇਸ਼ ਦਰੋਹ ਕਹਿ ਰਹੇ ਹੋ, ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਆਤੰਕਵਾਦੀ ਹੈ, ਤਾਂ ਫਿਰ ਸਾਰਾ ਦੇਸ਼ ਹੀ ਉਹਨਾਂ ਦਾ, ਫਿਰ ਸਿਟੀਜ਼ਨ ਆਫ ਇੰਡੀਆ ਕਿਹੜਾ ਰਹਿ ਗਿਆ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਇਹ ਸਾਰੇ ਕੋਸ਼ਿਸ਼ ਤਾਂ ਬੜੀ ਕਰ ਰਹੇ ਆ, ਆਪਾਂ ਦੇਖਦੇ ਹਾਂ ਡੇ 1 ਤੋਂ ਮਿਨਿਸਟਰ ਤੱਕ ਝੂਠ ਬੋਲ ਰਹੇ ਨੇ, ਉਸਦੇ ਬਾਵਜੂਦ ਹਲੇ ਤੱਕ ਇਹ ਸਕਸੈਸਫੁਲ ਨਹੀਂ ਸੀ ਹੋਏ। ਹੁਣ ਥੋੜਾ ਜਿਹਾ ਇਹਨਾਂ ਨੂੰ ਮਸਾਲਾ ਮਿਲਿਆ ਇਹ ਕਹਿਣ ਲਈ ਕਿ ਜੀ ਸਿੱਖਾਂ ਨੇ ਬੇਇੱਜ਼ਤੀ ਕਰਤੀ, ਕਿਸਾਨ ਆਗੂਆਂ ਨੇ ਬੇਇੱਜ਼ਤੀ ਕਰਤੀ, ਬਟ ਬੇਇੱਜ਼ਤੀ ਸ਼ੁਕਰ ਹੈ ਹੋਈ ਨਹੀਂ। ਕੋਸ਼ਿਸ਼ ਜ਼ਰੂਰ ਕੀਤੀ ਗਈ, ਉਹ ਭੁੱਲ ਗਿਆ ਉਸ ਵੇਲੇ ਜਿਹੜੇ ਵੀ 2-4-10 ਇਹਨਾਂ ਨੇ ਆਪਣੇ ਬੰਦੇ ਭੇਜੇ ਹੋਣਗੇ ਕਿ ਆਪਾਂ ਤੋੜ ਵੀ ਦਈਏ, ਮगर ਕਿਸੇ ਨੇ ਕਰਾਊਡ ਨੇ, ਕਿਸੇ ਨੇ ਹੋ, ਕਿਉਂਕਿ ਕਰਾਊਡ ਤਾਂ ਤਿਰੰਗਾ ਹਰ ਟਰੈਕਟਰ ਤੇ ਲੱਗਾ ਹੋਇਆ। ਇਹਨਾਂ ਨੂੰ ਸਮਝ ਨਹੀਂ ਆਉਂਦੀ, ਤੁਸੀਂ ਹਜ਼ਾਰਾਂ ਤਿਰੰਗੇ ਨਹੀਂ ਦੇਖੇ, ਤੁਸੀਂ ਲੱਖਾਂ ਤਿਰੰਗੇ ਨਹੀਂ ਦੇਖੇ ਟਰੈਕਟਰਾਂ ਤੇ ਜਿਹੜੇ ਲੋਕੀ ਲੈ ਗਏ, ਇੱਕ ਤਿਰੰਗੇ ਨੂੰ ਵੀ ਥੱਲੇ ਨਹੀਂ ਡੇਗਿਆ ਗਿਆ, ਇੱਕ ਤਿਰੰਗੇ ਦੀ ਬੇਇੱਜ਼ਤੀ ਨਹੀਂ ਕੀਤੀ ਗਈ। ਤੁਸੀਂ ਉਸ ਇੱਕ ਝੰਡੇ ਨੂੰ ਦੇਖੀ ਜਾਂਦੇ ਹੋ ਜਿਹੜਾ ਕਿ ਤਿਰੰਗੇ ਦੇ ਥੱਲੇ ਹੀ ਫੈਲਾ ਰਿਹਾ, ਉਹ ਤਿਰੰਗੇ ਦੀ ਅਪਮਾਨਿਤ ਨਹੀਂ ਕਰ ਰਿਹਾ, ਉਹ ਤਿਰੰਗੇ ਦੀ ਸ਼ਾਨ ਹੀ ਵਧਾ ਰਿਹਾ। ਬਿਲਕੁਲ। ਤਿਰੰਗਾ ਜਿਨ੍ਹਾਂ ਟਰੈਕਟਰਾਂ ਤੇ ਲੱਗਿਆ ਉਹਨਾਂ ਤੇ ਵੀ ਪੁਲਿਸ ਨੇ ਡਾਂਗ ਵਰਾ ਦਿੱਤੀ। ਇੱਥੇ ਕਾਨੂੰਨ ਕੀ ਕਹਿੰਦਾ? ਬਿਲਕੁਲ ਕਿਉਂਕਿ ਅਲਟੀਮੇਟਲੀ ਜਿਹੜਾ ਵੀ ਡਿਸਆਨਰ ਕਰਦਾ ਹੈ ਨੈਸ਼ਨਲ ਫਲੈਗ ਨੂੰ, ਸਜ਼ਾ ਤਾਂ ਉਹੀ ਹੈ। ਤੁਸੀਂ ਕਹੋ ਜਿੰਨਾ ਮਰਜ਼ੀ ਕਹੋ ਕਿ ਅਸੀਂ ਡਿਫੈਂਡ ਕਰ ਰਹੇ ਸੀ, ਤੁਹਾਨੂੰ ਉਸ ਵੇਲੇ ਆਪਣਾ ਝੰਡਾ ਦੇ ਕੇ ਰੁਕਤਾ ਜਾਣਾ ਚਾਹੀਏ, ਤੁਹਾਨੂੰ ਅਰੈਸਟ ਕਰਨਾ ਸੀ, ਤੁਹਾਨੂੰ ਡਾਂਗਾ ਕਿਤੇ, ਜਿੱਥੇ ਡਾਂਗਾ ਮਾਰਿਆ ਪੁਲਿਸ ਨੇ, ਕਿਉਂਕਿ ਜਿੱਥੇ ਜ਼ਿਆਦਾ ਕਰੋੜ ਹੋ ਗਏ ਉੱਥੇ ਪੁਲਿਸ ਚਲੇ ਗਈ, ਉੱਥੇ ਭੱਜ ਗਈ। ਇਹਨਾਂ ਨੇ ਇੱਕ ਬੰਦੇ ਨੂੰ ਅਲੱਗ-ਅਲੱਗ ਫੜ ਕੇ ਡਾਂਗਾ ਮਾਰੇ, ਇੱਥੇ 1 ਟਰੈਕਟਰ ਸੀ, 2 ਟਰੈਕਟਰ ਸੀ ਜਾਂ 3 ਟਰੈਕਟਰ ਸੀ, ਉਦੋਂ ਕੋਈ ਲੋੜ ਨਹੀਂ ਸੀ, ਉਹ ਤਾਂ ਅਗਰੈਸਿਵ ਨਹੀਂ ਸੀ, ਉਹ ਤਾਂ ਬਜ਼ੁਰਗ ਸੀ, ਤੁਸੀਂ ਉਹਨਾਂ ਨੂੰ ਅਰੈਸਟ ਕਰ ਲੈਂਦੇ। ਲੋਕੀ ਕਿਸਾਨ ਸਾਰੇ ਤਿਆਰ ਹੈ ਕਿ ਜੇ ਤੁਸੀਂ ਅਰੈਸਟ ਕਰਨਾ ਚਾਹੁੰਦੇ ਤਾਂ ਕਰੋ, ਫਿਰ ਅਸੀਂ ਕਰੋ, ਇੰਨੀਆਂ ਵੱਡੀਆਂ ਜੇਲ੍ਹਾਂ ਬਣਾਓ,
ਕਿ ਜੇ ਵਾਕਈ ਬਿਲਕੁਲ। ਅਸੀਂ ਅਪਰਾਧ ਕਰ ਰਹੇ ਨੇ, ਇਹ ਗੱਲ ਮੰਨ ਕੇ, ਜੇ ਤੁਸੀਂ ਅੱਜ ਸਾਡਾ ਰਾਈਟ ਆਫ ਪ੍ਰੋਟੈਸਟ ਖਤਮ ਕਰ ਦਿਓ, ਬਟ ਰਾਈਟ ਆਫ ਪ੍ਰੋਟੈਸਟ ਸਿੱਧਾ ਨਹੀਂ ਕਰ ਸਕਦੇ। ਆਪਾਂ ਕਿਉਂ ਕਹਿੰਦੇ ਆ ਕਿ ਜਿਹੜੀ ਸ਼ਾਂਤਮਈ ਪ੍ਰੋਟੈਸਟ ਸਭ ਤੋਂ ਔਖੀ ਕਰਦੀ ਸਰਕਾਰ ਨੂੰ, ਇਹ ਸਭ ਤੋਂ ਪਰੇਸ਼ਾਨ ਕਰਦੀ ਹੈ ਸਰਕਾਰ ਨੂੰ, ਕਿਉਂਕਿ ਸਰਕਾਰ ਦੇ ਹੱਥ ਬੰਨੇ ਹੁੰਦੇ, ਉਹ ਗੋਲੀ ਨਹੀਂ ਚਲਾ ਸਕਦੇ। ਜੋ ਚਲਾਉਂਦੇ ਤਾਂ ਸਾਰਾ ਦੇਸ਼ ਉਹਨਾਂ ਦੇ ਖਿਲਾਫ ਹੋ ਜਾਂਦਾ ਹੈ। ਇਸ ਕਰਕੇ ਉਹਨਾਂ ਨੂੰ ਇਹੋ ਜਿਹੇ ਤਰੀਕੇ ਅਪਣਾਉਣੇ ਪੈਂਦੇ ਨੇ। ਇਹ ਅਸੀਂ ਸ਼ੁਰੂ ਤੋਂ ਹੀ ਦੇਖ ਰਹੇ ਹਾਂ, ਐਜੀਟੇਸ਼ਨਾਂ ਜਦੋਂ ਬਹੁਤ ਵੱਡੀਆਂ ਹੋ ਜਾਂਦੀਆਂ, ਉਦੋਂ ਸਰਕਾਰ, ਇਮਾਨਦਾਰ ਸਰਕਾਰ ਤਾਂ ਗੱਲ ਮੰਨ ਲੈਂਦੀ ਹੈ ਤੇ ਝਗੜਾ ਮੁੱਕ ਜਾਂਦਾ ਹੈ। ਪਰ ਜਿਹੜੀ ਬੇਈਮਾਨ ਸਰਕਾਰ ਹੈ, ਜਿਹੜਾ ਕ੍ਰਿਮੀਨਲ ਤਰੀਕੇ ਨਾਲ ਸੋਚਦੀ ਹੈ, ਉਹ ਹਮੇਸ਼ਾ ਹੀ ਇਸ ਤਰੀਕੇ ਨਾਲ ਸੋਚਦੀ ਕਿ ਸਾਡੀ ਚਲਾਕੀ ਨਾਲ ਅਸੀਂ ਇਹਨਾਂ ਨੂੰ ਤੋੜ ਦਾਂਗੇ, ਮਰੋੜ ਦਾਂਗੇ, ਕਿਸੇ ਨੂੰ ਖਰੀਦ ਲਾਂਗੇ, ਤਾਂ ਕਿਸੇ ਦਾ ਬੰਬ ਚਲਾ ਦਾਂਗੇ, ਤਾਂ ਕਿਸੇ ਨੂੰ ਕਹਿ ਦਾਂਗੇ ਪਾਕਿਸਤਾਨੀ। ਤੇ ਇਹ ਸਾਰੇ ਹੱਥਕੰਡੇ ਦੇਸ਼ ਲਈ ਬਹੁਤ ਮਹਿੰਗੇ ਪੈਂਦੇ ਨੇ। ਮੈਂ ਨਹੀਂ ਕਹਿੰਦਾ ਕਿ ਹੱਥਕੰਡੇ ਸਕਸੈਸਫੁਲ ਨਹੀਂ ਹੁੰਦੇ, ਪੰਜਾਬ ਵਿੱਚ ਇਹ ਹੋਇਆ ਸਕਸੈਸਫੁਲ, ਬਟ ਦੇਸ਼ ਨੇ ਬਹੁਤ ਵੱਡਾ ਪ੍ਰਾਈਜ਼ ਪੇ ਕੀਤਾ, ਪੰਜਾਬ ਨੇ ਪੇ ਕੀਤਾ। ਤੁਸੀਂ ਕਦੀ ਵੀ ਪ੍ਰਾਈਜ਼ ਇਕੱਲੇ ਪੇ ਨਹੀਂ ਕਰਦੇ, ਜੇ ਇੱਕ ਦੇਸ਼ ਹੈ ਸਭ ਨੇ ਕੀਮਤ ਅਦਾ ਕਰਨੀ ਹੈ। ਹੁਣ ਇਹ ਸਾਹਮਣੇ ਜਾਣਦੇ ਕਿ ਸਾਰਾ ਕਿਸਾਨ ਪੰਜਾਬ ਹਰਿਆਣਾ ਚਾਹੁੰਦਾ ਕਿ ਕਾਨੂੰਨ ਖਤਮ ਹੋ ਜਾਏ, ਉਸ ਦੇ ਬਾਵਜੂਦ ਵੀ ਉਹਨੂੰ ਡਿਲੇ ਕਰਕੇ ਡਿਸਕਸ਼ਨਾਂ ਦਾ ਝੂਠਾ ਡਿਸਕਸ਼ਨਾਂ ਦਾ ਇਨਵੀਟੇਸ਼ਨ ਦੇ ਕੇ ਕੋਈ ਮੁੱਦਾ ਸੋਲਵ ਨਾ ਕਰਕੇ ਅਲਟੀਮੇਟਲੀ ਆ ਕੰਮ ਕੀਤਾ। ਹੁਣ ਜਦੋਂ ਸੰਸਦ ਜਾਣਗੇ ਉਦੋਂ ਦੂਸਰਾ ਕਰਨਗੇ, ਬਟ ਹੁਣ ਕਿਸਾਨ ਥੋੜਾ ਜਿਹਾ ਹੋਰ ਅਲਰਟ ਹੋ ਜਾਣਗੇ। ਘੱਟੋ ਘੱਟ ਉਹਨਾਂ ਲੀਡਰ ਨੂੰ ਆਪਣੇ ਨਾਲ ਨਹੀਂ ਬਣਾਉਣਗੇ, ਉਹਨਾਂ ਨੂੰ ਅਲੱਗ ਭੇਜਣਗੇ ਕਿਤੇ ਹੋਰ ਡੈਮੋਨਸਟ੍ਰੇਸ਼ਨ ਕਰਨ ਲਈ, ਜਿਨ੍ਹਾਂ ਨੇ ਸਰਕਾਰ ਦੀ ਮਦਦ ਕੀਤੀ। ਇਹ ਕਿਸਾਨ ਅੰਦੋਲਨ ਨੂੰ ਉਹਨੂੰ ਘੱਟੋ ਘੱਟ ਉਹਨੂੰ ਵੀਕ ਕਰਨ ਦੀ ਕੋਸ਼ਿਸ਼ ਕੀਤੀ। ਜੀ ਬਿਲਕੁਲ। ਬੈਂਸ ਸਾਹਿਬ, ਮੇਰਾ ਆਖਰੀ ਸਵਾਲ ਇਹ ਹੈ ਕਿ ਹੁਣ FIRs ਹੋ ਚੁੱਕੀਆਂ ਨੇ, ਉਹਨਾਂ ਨਾਲ ਹੁਣ ਅਦਾਲਤ ਦੇ ਵਿੱਚ ਕੀ ਪੱਖ ਰੱਖ ਕੇ ਨਜਿੱਠਿਆ ਜਾ ਸਕਦਾ ਹੈ? ਕੀ ਉਹ FIRs ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਕਿਸਾਨ ਆਗੂ ਜਿਹੜੇ ਨੇ ਜਾਂ ਜਿਹੜੇ ਕਿਸਾਨ ਨੇ ਉਹ ਕਿਸ ਤਰੀਕੇ ਦੇ ਨਾਲ ਬਾਇਜ਼ਤ ਬਰੀ ਹੋ ਸਕਦੇ ਨੇ? ਕਿਉਂਕਿ FIR ਤਾਂ ਦਰਜ ਹੋ ਗਈਆਂ, ਇਲਜ਼ਾਮ ਤਾਂ ਲੱਗ ਚੁੱਕੇ ਨੇ, ਧਾਰਾਵਾਂ ਲੱਗ ਚੁੱਕੀਆਂ ਨੇ। ਦੇਖੋ, ਉਹਦੇ ਨਾਲ ਬਿੱਲ ਨਾਲ ਕੋਈ ਲੈਣਾ ਦੇਣਾ ਨਹੀਂ। ਠੀਕ ਹੈ, ਜੇ ਉਹ ਅਰੈਸਟ ਕਰਨਾ ਚਾਹੁੰਦੇ ਤਾਂ ਸਾਨੂੰ ਅਰੈਸਟ ਹੋਣਾ ਚਾਹੀਦਾ ਹੈ। ਜੇ ਉਹ FIR ਜਿਹੜਾ ਵੀ ਉਹਨਾਂ ਕੋਲ ਸਬੂਤ ਹੈ, ਸਬੂਤ ਕਿਉਂਕਿ ਅੱਜ ਕੱਲ ਵੀਡੀਓ ਐਵੀਡੈਂਸ ਬਹੁਤ ਹੈ, ਸਬੂਤ ਆਪਣਾ ਡਿਫੈਂਸ ਦਾ ਵੀ ਬਹੁਤ ਅਵੇਲੇਬਲ ਹੈ, ਪਬਲਿਕ ਡੋਮੇਨ ਵਿੱਚ ਅਵੇਲੇਬਲ ਹੈ। ਜਿੰਨੇ ਝੂਠੇ ਗਵਾਹ ਸ਼ੁਰੂ ਕਰਨਗੇ ਪੁਲਿਸ, ਉਹ ਅਦਾਲਤ ਵਿੱਚ ਅਲਟੀਮੇਟਲੀ ਟੁੱਟ ਜਾਣੇ ਆ, ਟਿਕ ਜਾਣੇ ਆ। ਮਗਰ ਮਗਰ ਉਹੀ ਗੱਲ ਹੈ ਕਿ ਕੋਸ਼ਿਸ਼ ਤਾਂ ਬੜੀ ਕੀਤੀ ਜਾਂਦੀ ਹੈ, ਪਰ ਅਕਸਰ ਮੁਕੱਦਮੇ 2 3 4 ਸਾਲ ਬਾਅਦ ਖਤਮ ਹੋ ਜਾਂਦੇ ਆ। ਮਗਰ ਇਹ ਉਦੋਂ ਮੁਕੱਦਮੇ ਚਲਾਉਂਦੇ ਜਦੋਂ ਕਿ ਐਜੀਟੇਸ਼ਨ ਖਤਮ ਹੋ ਜਾਂਦੀ ਹੈ। ਜੇ ਐਜੀਟੇਸ਼ਨ ਕਦੀ ਖਤਮ ਹੋ ਗਈ, ਪ੍ਰੋਟੈਸਟ ਖਤਮ ਹੋ ਗਈ, ਜੇ ਪ੍ਰੋਟੈਸਟ ਸਕਸੈਸਫੁਲ ਰਹੀ ਤਾਂ ਇੱਕ FIR ਵੀ ਵਾਪਸ ਹੋਣਗੇ। ਮਗਰ ਜੇ ਉਹ ਸੋਚਦੇ ਆ, ਜਿਸ ਤਰ੍ਹਾਂ ਸਰਕਾਰ ਸੋਚਦੀ ਹੈ ਕਿ ਅਸੀਂ ਪ੍ਰੋਟੈਸਟ ਨੂੰ ਬੰਦ ਕਰਕੇ ਜ਼ਬਰਦਸਤੀ ਡਰਾ ਕੇ ਧਮਕਾ ਕੇ ਕਿਸਾਨਾਂ ਨੂੰ ਵਾਪਸ ਭੇਜ ਦਾਂਗੇ, ਫਿਰ ਇਹ ਉਸ FIR ਦੇ ਆਧਾਰ ਤੇ ਲੀਡਰਸ਼ਿਪ ਨੂੰ ਅਗਲੇ ਫਿਊਚਰ ਲਈ ਤੰਗ ਕਰਨਗੇ, ਫਿਰ ਇਹ ਕੇਸ ਚੱਲਣਗੇ। ਸੋ ਕਲੀਅਰਲੀ ਹੈ ਕਿ ਹੁਣ ਜੇ ਸਰਕਾਰ ਨੇ ਗੱਲ ਕਰਨੀ ਹੈ ਤਾਂ ਘੱਟੋ ਘੱਟ ਹੁਣ ਇੱਕ ਡਿਮਾਂਡ ਹੋਰ ਐਡ ਹੋ ਗਈ ਕਿ ਘੱਟੋ ਘੱਟ ਤੁਸੀਂ ਲਾਜ਼ ਤਾਂ ਵਾਪਸ ਕਰੋ, ਪਹਿਲਾਂ FIR ਵਾਪਸ ਕਰੋ। ਜੀ ਬਿਲਕੁਲ, ਸ਼ੁਕਰੀਆ ਬੈਂਸ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਸ਼ੁਕਰੀਆ ਜੀ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ RS ਬੈਂਸ। ਜਿਸ ਤਰੀਕੇ ਦੇ ਨਾਲ ਲਾਲ ਕਿਲੇ ਦੇ ਉੱਤੇ ਘਟਨਾਵਾਂ ਵਾਪਰੀਆਂ, ਉਸ ਤੋਂ ਬਾਅਦ ਪਰਚੇ ਹੋਏ, ਉਹਨਾਂ ਦਾ ਕਾਨੂੰਨੀ ਪੱਖ ਕੀ ਹੈ, ਕਿਵੇਂ ਉਹਨਾਂ ਨੂੰ ਕਾਨੂੰਨ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ, ਉਸ ਸਭ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਅੱਗੇ ਕੀ ਕੁਝ ਹੁੰਦਾ ਉਹਦੇ ਉੱਤੇ ਵੀ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।